हाँ जी, वेलकम टू स्टार अकैडमी फॉर ਕੰਪੀਟੀਟਿਵ एग्जाम। हाँ जी, किवें हो सारे। आई होप कि तुसी सारे बिल्कुल ठीक ठाक होवोगे, अपनी स्टडी ਦੇ ਉੱਪਰ ਫੁੱਲ ਫੋਕਸ ਦੇ ਨਾਲ ਸਟੱਡੀ ਕਰ ਰਹੇ ਹੋਗੇ। ਤਾਂ ਦੇਖੋ ਆਪਾਂ ਜਿਹੜਾ ਬੈਚ ਸਟਾਰਟ ਕਰਿਆ ਹੋਇਆ, ਪਤਾ ਹੀ ਹੈ ਤੁਹਾਨੂੰ ਕਿ ਇੱਕ PSSB ਪੰਜਾਬ ਸਟੇਟ ਕੰਪੀਟੀਟਿਵ ਐਗਜ਼ਾਮ ਦੇ ਜਿੰਨੇ ਵੀ ਪੇਪਰ ਹੈ, ਜਿੱਦਾਂ ਕਿ SSB ਕਲਰਕ 2022 ਹੈ, PSSB ਵੀਡੀਓ, ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਜਿਹੜੀਆਂ ਵੈਕੈਂਸੀਜ਼ ਆਉਣ ਵਾਲੀਆਂ, ਤਾਂ ਉਹਦੇ ਵਾਸਤੇ ਆਪਾਂ ਪਿੱਛੇ ਜਦ ਬੈਚ ਸਟਾਰਟ ਕੀਤਾ ਸੀ ਔਰ ਉਹਦੇ ਵਿੱਚ ਆਪਾਂ ਪਰਸੈਂਟੇਜ ਕਵਰ ਕਰ ਚੁੱਕੇ ਹਾਂ, ਪ੍ਰੋਫਿਟ ਐਂਡ ਲਾਸ ਖਤਮ ਕਰ ਚੁੱਕੇ ਹਾਂ, ਫਿਰ ਟਾਈਮ ਐਂਡ ਵਰਕ ਕੰਪਲੀਟ ਕਰ ਚੁੱਕੇ ਹਾਂ, ਰੀਜ਼ਨਿੰਗ ਦੇ ਤਿੰਨ ਟੌਪਿਕ ਕੰਪਲੀਟ ਕਰ ਚੁੱਕੇ ਹਾਂ। ਤਾਂ ਹੁਣ ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਅੱਜ ਦਾ ਜਿਹੜਾ ਟੌਪਿਕ ਹੈ HCF ਔਰ LCM, ਠੀਕ ਹੈ। ਤਾਂ ਦੇਖੋ HCF LCM ਕਰਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹਦਾ HCF ਦਾ ਮਤਲਬ ਕੀ ਹੈ, ਹਨਾ। HCF ਦੀ ਫੁੱਲ ਫਾਰਮ ਕੀ ਹੈ, फिर LCM ਦੀ ਫੁੱਲ ਫਾਰਮ ਕੀ ਹੈ ਔਰ ਇਹ ਐਕਚੁਅਲੀ HCF ਹੁੰਦਾ ਕੀ ਹੈ, ਠੀਕ ਹੈ। ਜੇ ਇਹਦਾ ਮਤਲਬ ਵਗੈਰਾ ਪਤਾ ਹੋਏਗਾ ਫਿਰ ਜਾ ਕੇ ਆਪਾਂ ਕੀ ਹੈ ਕਿਸੇ ਵੀ ਕੁਐਸਚਨ ਨੂੰ, ਸਟੇਟਮੈਂਟ ਵਾਲੇ ਕੁਐਸਚਨ ਨੂੰ ਹੱਲ ਕਰ ਸਕਦੇ ਹਾਂ, ਠੀਕ ਹੈ। ਤਾਂ ਐਗਜ਼ਾਮ ਦੇ ਵਿੱਚ ਤੁਹਾਨੂੰ ਸਿੰਪਲ ਨਹੀਂ ਆਏਗਾ ਕਿ ਇਹਦਾ HCF ਕਰ ਦਿਓ ਜਾਂ LCM ਕਰ ਦਿਓ, ਤਾਂ ਉਹਦੇ ਨਾਲ ਰਿਲੇਟਡ ਜਿਹੜੇ ਆ ਨਾ ਆਪਾਂ ਨੂੰ ਸਟੇਟਮੈਂਟ ਵਾਲੇ ਕੁਐਸਚਨ ਪੁੱਛੇ ਜਾਣਗੇ ਵੀ। ਤਾਂ ਸ਼ੁਰੂਆਤ ਕਰਦੇ ਹਾਂ। ਦੇਖੋ HCF ਐਕਚੁਅਲੀ ਕੀ ਚੀਜ਼ ਹੈ। HCF ਦੀ ਜੇਕਰ ਫੁੱਲ ਫਾਰਮ ਦੀ ਗੱਲ ਕੀਤੀ ਜਾਏ ਤਾਂ ਦੇਖੋ H, ਫਿਰ C और फिर ਕੀ ਹੈ F, ਹਨਾ। HCF ਹੈ ਤਾਂ ਦੇਖੋ H ਦਾ ਕੀ ਮਤਲਬ ਹੁੰਦਾ ਹਾਈਐਸਟ, H ਦਾ ਮਤਲਬ ਕਹਿੰਦਾ ਹਾਈਐਸਟ, C ਤੋਂ ਕੀ ਹੋ ਗਿਆ ਕਾਮਨ ਔਰ F ਤੋਂ ਕੀ ਹੋ ਗਿਆ ਫੈਕਟਰ। ਤਾਂ HCF ਕੀ ਹੁੰਦਾ ਹੈ ਹਾਈਐਸਟ ਕਾਮਨ ਫੈਕਟਰ। ਤਾਂ ਦੇਖੋ ਹਾਈਐਸਟ ਦਾ ਮਤਲਬ ਹਾਈਐਸਟ ਨੂੰ ਵੈਸੇ ਤਾਂ ਉੱਚਾ ਕਿਹਾ ਜਾਂਦਾ ਹੈ, ਪਰ ਆਪਾਂ ਇਹਦੇ ਵਿੱਚ ਨਾ ਹਾਈਐਸਟ ਮਤਲਬ ਕਿ ਵੱਡਾ ਮੰਨ ਕੇ ਚੱਲਾਂਗੇ, ਠੀਕ ਹੈ। ਕਾਮਨ ਦਾ ਮਤਲਬ ਕੀ ਹੈ, ਕਾਮਨ ਦਾ ਮਤਲਬ ਕੀ ਹੋ ਜਾਂਦਾ ਸਾਂਝਾ, ਔਰ ਫੈਕਟਰ ਦਾ ਮਤਲਬ ਕੀ ਹੈ, ਫੈਕਟਰ ਦਾ ਮਤਲਬ ਗੁਣਨਖੰਡ ਹੈ ਵੀ, ਠੀਕ ਹੈ। ਤਾਂ ਗੁਣਨਖੰਡ। ਤਾਂ ਚਲੋ ਦੇਖੋ ਸਭ ਤੋਂ ਪਹਿਲਾਂ ਨਾ ਆਪਾਂ HCF ਦਾ ਐਕਚੁਅਲੀ ਮੀਨਿੰਗ ਕੀ ਹੈ ਉਹਦੇ ਬਾਰੇ ਪਤਾ ਕਰਦੇ ਹਾਂ, ਪਰ ਉਸ ਤੋਂ ਬਾਅਦ ਫਿਰ ਦੱਸਾਂਗੇ ਇਹਦੀ ਫੁੱਲ ਫਾਰਮ ਐਕਸਪੈਂਡ ਕਰਦੇ ਹਾਂ, ਫਿਰ ਆਪਾਂ HCF ਨੂੰ ਪੂਰਾ ਜਾਣਾਂਗੇ ਔਰ ਫਿਰ LCM ਨੂੰ, ਠੀਕ ਹੈ। ਤਾਂ ਦੇਖੋ ਕੁਐਸਚਨ ਦੇ ਵਿੱਚ ਜੇਕਰ ਗੱਲ ਕਰਦੇ ਹਾਂ ਜੇਕਰ HCF ਦੀ, ਤਾਂ ਸਭ ਤੋਂ ਪਹਿਲੇ ਆਪਾਂ ਨੂੰ ਇਹ ਫੈਕਟਰ ਪਤਾ ਹੋਣਾ ਚਾਹੀਦਾ ਵੀ ਫੈਕਟਰ ਕੀ ਚੀਜ਼ ਹੈ। ਗੁਣਨਖੰਡ ਕੀ ਹੈ, ਸਾਂਝੇ ਦਾ ਮਤਲਬ ਪਤਾ ਹੈ, ਵੱਡੇ ਦਾ ਮਤਲਬ ਪਤਾ, ਲੇਕਿਨ ਦਿੱਕਤ ਆਪਾਂ ਨੂੰ ਆਏਗੀ ਕਿ ਗੁਣਨਖੰਡ ਐਕਚੁਅਲੀ ਕੀ ਹੈ, ਹਨਾ। ਤਾਂ ਗੁਣਨਖੰਡ ਕੀ ਹੈ ਜਾਂ ਫੈਕਟਰ ਕੀ ਹੈ। ਤਾਂ ਦੇਖੋ ਗੁਣਨਖੰਡ ਐਕਚੁਅਲੀ ਕੀ ਹੁੰਦਾ ਹੈ। ਸਪੋਜ਼ ਦੈਟ ਤੁਹਾਨੂੰ ਕੋਈ ਪੁੱਛ ਲਏ ਕਿ 8 ਦੇ ਕੀ ਹੈ 8 ਦੇ ਗੁਣਨਖੰਡ ਪਤਾ ਕਰੋ। 8 ਦੇ ਕੀ ਕਰੋ ਗੁਣਨਖੰਡ ਪਤਾ ਕਰੋ। ਤਾਂ ਆਪਾਂ ਤੁਹਾਨੂੰ ਦੱਸਦੇ ਹਾਂ ਵੀ 8 ਦੇ ਗੁਣਨਖੰਡ ਕੀ ਹੁੰਦੇ ਆ, ਠੀਕ ਹੈ। ਤਾਂ ਗੱਲ ਕਰਦੇ ਹਾਂ 8 ਦੇ ਗੁਣਨਖੰਡ ਬਾਰੇ, ਠੀਕ ਹੈ। ਤਾਂ ਦੇਖੋ 8 ਦੇ ਗੁਣਨਖੰਡ ਪਤਾ ਕਰੋ ਕਹਿੰਦਾ, ਤਾਂ ਗੁਣਨਖੰਡ ਕੀ ਹੁੰਦਾ ਹੈ ਐਕਚੁਅਲੀ। ਗੁਣਨਖੰਡ ਕੀ ਹੈ ਕਿ ਉਹ ਸਾਰੀਆਂ ਸੰਖਿਆਵਾਂ ਜਿਹੜੀਆਂ 8 ਨੂੰ ਵੰਡਦੀਆਂ, 8 ਨੂੰ ਭਾਗ ਕਰ ਸਕਦੀਆਂ, ਉਹਨਾਂ ਨੂੰ ਆਪਾਂ ਕੀ ਕਹਿੰਦੇ ਨੇ ਗੁਣਨਖੰਡ, 8 ਦੇ ਗੁਣਨਖੰਡ। ਤਾਂ ਦੇਖੋ 8 ਦੇ ਜੇਕਰ ਗੁਣਨਖੰਡ ਦੀ ਗੱਲ ਕੀਤੀ ਜਾਏ ਤਾਂ 8 ਦੇ ਗੁਣਨਖੰਡ ਕਿਹੜੇ ਹੋਣਗੇ ਜਿਹੜੇ 8 ਨੂੰ ਵੰਡ ਸਕਦੇ ਆ। ਸਭ ਤੋਂ ਛੋਟਾ ਗੁਣਨਖੰਡ ਕੌਣ ਹੈ, 1 ਹੈ, 1 8 ਨੂੰ ਵੰਡੇਗਾ। ਫਿਰ ਹੋਰ ਕੌਣ ਭਾਗ ਕਰ ਸਕਦਾ ਵੀ 2 8 ਨੂੰ ਭਾਗ ਕਰ ਸਕਦਾ ਹੈ, 3 ਨਹੀਂ ਕਰੇਗਾ, 4 8 ਨੂੰ ਡਿਵਾਈਡ ਕਰ ਦੇਗਾ ਔਰ ਉਸ ਤੋਂ ਬਾਅਦ ਕਰਦੇ ਕਰਾਉਂਦੇ ਲਾਸਟ ਤੇ 8। ਤਾਂ 8 ਦੇ ਜੇਕਰ ਗੁਣਨਖੰਡਾਂ ਦੀ ਗੱਲ ਕੀਤੀ ਜਾਏ ਤਾਂ ਉਹ ਕਿਹੜੇ ਆ 1 2 4 ਤੇ 8। ਇਹ ਵਾਲਾ ਕੀ ਹੋ ਗਿਆ 8 ਦੇ। ਸਭ ਤੋਂ ਪਹਿਲਾਂ ਆਪਾਂ ਇਹ ਗੁਣਨਖੰਡ ਦੀ ਬਾਰੇ ਜਾਣਕਾਰੀ ਤੁਹਾਨੂੰ ਦਿੱਤੀ ਕਿ ਗੁਣਨਖੰਡ ਐਕਚੁਅਲੀ ਕੀ ਚੀਜ਼ ਹੁੰਦੀ ਹੈ। ਐਕਚੁਅਲੀ ਉਹ ਇੱਕ ਨੰਬਰ ਹੁੰਦਾ ਹੈ ਜਿਹੜਾ ਕਿ ਉਹ ਇਹਦੇ ਨੂੰ ਨਾ ਇਸ 8 ਨੂੰ ਵੰਡ ਸਕਦਾ ਹੈ। ਤਾਂ ਉਹ ਕਿਹੜੇ ਗੁਣਨਖੰਡ ਹੋਣਗੇ, 1 ਇਹਨੂੰ ਵੰਡ ਸਕਦਾ, 2 ਵੰਡ ਸਕਦਾ, 4 ਵੰਡ ਸਕਦਾ, 8 ਵੰਡ ਸਕਦਾ। ਤਾਂ ਗੱਲ ਕਰਦੇ ਹਾਂ ਹੁਣ ਹਾਈਐਸਟ ਕਾਮਨ ਫੈਕਟਰ ਕਿਵੇਂ ਪਤਾ ਚੱਲਦਾ। ਮੰਨ ਕੇ ਚਲੋ ਸਾਡੇ ਕੋਲ ਦੋ ਨੰਬਰ ਹੈ ਵੀ ਇੱਕ 8 ਅਤੇ 12। 8 ਅਤੇ 12 ਦੇ ਗੁਣਨਖੰਡ ਪਤਾ ਕਰੋ। ਸੌਰੀ 8 ਅਤੇ 12 ਦਾ ਤੁਹਾਨੂੰ ਕੀ ਕਹੇਗਾ 8 ਅਤੇ 12 ਦਾ HC ਤੇ F ਪਤਾ ਕਰੋ। ਤਾਂ HCF ਕਿਵੇਂ ਪਤਾ ਕਰਨਾ ਆਪਾਂ। ਦੇਖੋ HCF ਦਾ ਮਤਲਬ ਕੀ ਹੁੰਦਾ ਇਹ ਕੀ ਹੁੰਦਾ ਹਾਈਐਸਟ ਹੁੰਦਾ ਔਰ ਨਾਲ ਦੀ ਨਾਲ ਕੀ ਕਾਮਨ ਹੁੰਦਾ ਔਰ ਇਹ ਹੁੰਦਾ ਕਿ ਫੈਕਟਰ। ਤਾਂ ਦੇਖੋ 8 ਅਤੇ 12 ਦਾ HCF ਕਰਨ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਪਏਗਾ 8 ਦੇ ਫੈਕਟਰ ਬਣਾਉਣੇ ਪੈਣਗੇ। ਤਾਂ 8 ਦੇ ਫੈਕਟਰ ਕਿਵੇਂ ਬਣਾਵਾਂਗੇ ਹੁਣੇ ਆਪਾਂ ਸਿੱਖਿਆ ਕਿ ਉਹ ਸਾਰੀਆਂ ਸੰਖਿਆਵਾਂ ਜਿਹੜੀਆਂ ਇਹਨੂੰ ਵੰਡ ਸਕਦੀਆਂ ਉਹ ਇਹਦੇ ਫੈਕਟਰ ਹੋ ਜਾਂਦੇ ਆ। ਤਾਂ ਕਿਹੜੀਆਂ ਸੰਖਿਆਵਾਂ 8 ਨੂੰ 1 ਵੰਡ ਸਕਦਾ ਹੈ, ਫਿਰ 2 ਵੰਡ ਸਕਦਾ ਹੈ, ਫਿਰ 4 ਵੰਡ ਦੇਗਾ, ਫਿਰ ਖੁਦ 8 ਨੂੰ ਵੰਡ ਦੇਗਾ। ਵੀ ਇਹ ਸਾਰੀਆਂ ਸੰਖਿਆਵਾਂ 8 ਨੂੰ ਵੰਡ ਸਕਦੀਆਂ, ਡਿਵਾਈਡ ਕਰ ਸਕਦੀਆਂ।
फिर कहता 12 ਦਾ 12 ਹੁਣ 12 देख लो 12 ਨੂੰ ਕੌਣ ਕੌਣ ਵੰਡੇਗਾ 1 ਵੰਡ ਦੇਗਾ 12 ਨੂੰ ਹੋਰ ਕੌਣ ਭਾਗ ਕਰ ਦੇਗਾ ਵੀ 2 ਛਿੱਕੇ 12 ਆ ਜਾਏਗਾ ਫਿਰ 3 ਵੀ ਵੰਡ ਦੇਗਾ ਨਾ 3 ਚੌਕੇ 12 4 ਤੀਏ 12 ਤੇ ਉਦੋਂ ਬਾਅਦ ਫਿਰ 6 ਦੂਣੀ 12 ਫਿਰ ਅੱਗੇ 7 8 9 10 11 12 ਕੁਝ ਨਹੀਂ ਸਿੰਪਲ 12 ਆ ਜਾਏਗਾ। ਤਾਂ ਦੇਖੋ ਆਪਾਂ ਕਿਵੇਂ HCF ਕਿਵੇਂ ਕਰਨਾ ਹੁੰਦਾ ਹੈ ਆਪਾਂ ਨੂੰ HCF ਚਾਹੀਦਾ ਹੈ। HCF ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੁਣਨਖੰਡ ਕਰਨੇ ਹੁੰਦੇ ਆ ਜਿਹੜੇ ਨੰਬਰ ਦਿੱਤੇ ਹੁੰਦੇ ਉਹਨਾਂ ਦੇ ਗੁਣਨਖੰਡ ਕਰ ਚੁੱਕੇ ਆ। ਹੁਣ ਕਹਿੰਦਾ ਕੋਮਨ ਦਾ ਮਤਲਬ ਸਾਂਝਾ ਤਾਂ ਇਹਨਾਂ ਦੇ ਵਿੱਚ ਕੋਮਨ ਕਿਹੜੇ ਕਿਹੜੇ ਆ ਦੇਖੋ 1 ਵੀ ਕੋਮਨ ਹੈ ਫਿਰ 2 ਵੀ ਕੋਮਨ ਹੈ ਫਿਰ 4 ਵੀ ਕੋਮਨ ਹੈ। ਤਾਂ ਕੋਮਨ ਫੈਕਟਰ ਕਿਹੜੇ ਕਿਹੜੇ ਆ 1 ਕੋਮਨ ਫੈਕਟਰ ਹੈ 2 ਕੋਮਨ ਫੈਕਟਰ ਹੈ 4 ਕੋਮਨ ਫੈਕਟਰ ਹੈ। ਆਪਾਂ ਨੂੰ ਗੁਣਨਖੰਡ ਵੀ ਲੱਭ ਲੈ ਫਿਰ ਸਾਂਝੇ ਵੀ ਲੱਭ ਲੈ ਲੇਕਿਨ ਉਹਨੇ ਹੁਣ ਹਾਈਐਸਟ ਪੁੱਛਿਆ ਹਾਈਐਸਟ ਕੋਮਨ ਫੈਕਟਰ। ਤਾਂ ਇਹਨਾਂ ਦੇ ਵਿੱਚੋਂ x ਹਾਈਐਸਟ ਕੌਣ ਹੈ ਇਹਨਾਂ ਦੇ ਵਿੱਚ ਜਿਹੜੇ ਸਾਂਝਾ ਵੀ ਹੋਣਾ ਚਾਹੀਦਾ ਫੈਕਟਰ ਵੀ ਹੋਣਾ ਚਾਹੀਦਾ ਔਰ ਕੋਮਨ ਵੀ ਹੋਣਾ ਚਾਹੀਦਾ। ਤਾਂ ਉਹ ਕਿਹੜਾ ਵੀ 4 ਹੈ ਨਾ ਇਹਨਾਂ ਦੇ ਵਿੱਚੋਂ ਜਿਹੜਾ HCF ਕੌਣ ਨਿਕਲ ਕੇ ਆਏਗਾ HCF ਬਰਾਬਰ ਕਿੰਨਾ ਆ ਜਾਏਗਾ 4 ਕਿਉਂ ਕਿਉਂਕਿ 4 ਇੱਕ ਇਹੋ ਜਿਹੀ ਸੰਖਿਆ ਹੈ ਜੋ ਇਹਨਾਂ ਦੋਨਾਂ ਦਾ ਇੱਕ ਫੈਕਟਰ ਹੈ फिर कॉमन भी है दोनों ਦੇ ਵਿੱਚ ਸਾਂਝਾ ਵੀ ਹੈ और फिर ਕੀ ਹੈ ਹਾਈਐਸਟ ਵੀ ਹੈ। ਤਾਂ ਇਹ HCF ਹੁੰਦਾ ਹੈ HCF ਦਾ ਐਕਚੁਅਲੀ मीनिंग ਇਹ ਹੁੰਦਾ ਹੈ ਕਿ ਹਾਈਐਸਟ ਕਾਮਨ ਫੈਕਟਰ। ਤਾਂ ਹਾਈਐਸਟ ਕੀ ਪਹਿਲੇ ਗੁਣਨਖੰਡ ਕਰਾਂਗੇ और फिर ਉਸ ਤੋਂ ਬਾਅਦ ਉਹਨਾਂ ਦੇ ਵਿੱਚ ਸਾਂਝਾ ਫਾਈਂਡ ਕਰਾਂਗੇ और ਸਾਂਝੇ ਫਾਈਂਡ ਕਰਨ ਤੋਂ ਬਾਅਦ ਫਿਰ ਉਹ ਕੀ ਹੈ कॉमन भी होना चाहिए और सॉरी कॉमन तो बाद हाईएस्ट भी होना चाहिए और ਉਹਨਾਂ ਦਾ ਗੁਣਨਖੰਡ ਵੀ ਹੋਣਾ ਚਾਹੀਦਾ। ਚਲੋ ਇੱਕ ਕੁਐਸਚਨ ਹੋਰ ਟਰਾਈ ਕਰ ਲੈਂਦੇ ਆ ਜੇਕਰ ਉਹ ਆਪਾਂ ਨੂੰ ਬੋਲਦੇ ਕਿ 25 ਅਤੇ 45 25 ਅਤੇ 45 ਦਾ HC ਤੇ F ਪਤਾ ਕਰੋ। H ਦਾ ਮਤਲਬ ਕੀ ਹੈ ਹਾਈਐਸਟ C ਦਾ ਮਤਲਬ ਕਾਮਨ और F ਦਾ ਮਤਲਬ ਫੈਕਟਰ। ਤਾਂ ਆਪਾਂ ਸ਼ੁਰੂਆਤ ਕਿੱਥੋਂ ਕਰਨੀ ਹੈ ਲਾਸਟ ਵਾਲੀ ਸਾਈਡ ਤੋਂ ਫੈਕਟਰ ਆਪਾਂ ਨੇ ਪਤਾ ਕਰਨੇ ਪਹਿਲਾਂ। ਤਾਂ ਦੇਖੋ 25 ਦੇ ਫੈਕਟਰ ਪਤਾ ਕਰੋ 25 ਨੂੰ ਕੌਣ ਵੰਡ ਸਕਦਾ 1 ਵੰਡ ਦੇਗਾ ਉਸ ਤੋਂ ਬਾਅਦ ਕੌਣ 5 ਵੰਡੇਗਾ 5 ਤੋਂ ਬਾਅਦ ਖੁਦ 25 ਨੂੰ ਆਪਣੇ ਆਪ ਨੂੰ ਵੰਡ ਦੇਗਾ ਵੀ ਹੋਰ ਕੋਈ ਵੀ ਨਹੀਂ ਹੋਏਗਾ। 45 ਨੂੰ ਕੌਣ ਡਿਵਾਈਡ ਕਰ ਸਕਦਾ ਤੇ 45 ਨੂੰ 1 ਡਿਵਾਈਡ ਕਰੇਗਾ 45 ਨੂੰ 3 15 30 45 5 9 45 ਫਿਰ 9 5 45 15 30 45 और फिर 45 खुद अपने आप ਨੂੰ ਐਵੇਂ ਬਣ ਲੇਗਾ। ਠੀਕ ਹੈ ਤਾਂ ਦੇਖੋ ਆਪਾਂ ਇਹਦੇ ਵਿੱਚ ਕਾਮਨ ਪਤਾ ਕਰ ਲਈਏ ਕਾਮਨ ਹੈ 5 ਵੀ ਕਾਮਨ ਹੈ ਹੋਰ ਕੋਈ ਕਾਮਨ ਹੈ ਨਹੀਂ ਹੈ। ਤਾਂ ਉਹਨੇ ਕੀ ਪੁੱਛਿਆ ਫੈਕਟਰ ਆਪਾਂ ਕਰ ਲਿਆ ਫਿਰ ਕਾਮਨ ਵੀ ਫਾਈਂਡ ਕਰ ਲਿਆ ਪਰ ਆਪਾਂ ਨੂੰ ਐਕਚੁਅਲੀ ਹਾਈਐਸਟ ਚਾਹੀਦਾ ਤਾਂ ਹਾਈਐਸਟ ਕੌਣ ਆ ਜਾਏਗਾ 5 HCF ਆਪਣਾ ਕਿੰਨਾ ਨਿਕਲ ਕੇ ਆਏਗਾ 5। ਦੇਖੋ ਇਹ ਮੈਥਡ ਸੀਗਾ ਇਹ ਸਿੰਪਲ ਤੁਹਾਨੂੰ ਸਮਝਾਉਣ ਵਾਸਤੇ ਸੀਗਾ ਕਿ ਐਕਚੁਅਲੀ HCF ਹੁੰਦਾ ਕੀ ਹੈ। ਠੀਕ ਹੈ ਨਾ ਤਾਂ HCF ਕੀ ਹੁੰਦਾ ਉਹ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। HCF ਇੱਕ ਇਹੋ ਜਿਹੀ ਸੰਖਿਆ ਹੁੰਦੀ ਹੈ ਜਿਹੜੀ ਉਹਨਾਂ ਦੋਨਾਂ ਰਕਮਾਂ ਦਾ ਗੁਣਨਖੰਡ ਵੀ ਹੋਵੇ ਫਿਰ ਸਾਂਝਾ ਵੀ ਹੋਵੇ ਫਿਰ ਸਭ ਤੋਂ ਵੱਡੇ ਤੋਂ ਵੱਡਾ ਵੀ ਹੋਵੇ। ਤਾਂ ਇਹ ਆਪਣਾ ਇੱਕ ਮਤਲਬ मीनिंग ਹੋਇਆ ਕਿ HCF ਹੁੰਦਾ ਕੀ ਹੈ ਪਰ ਇਸ ਕੁਐਸਚਨ ਨੂੰ ਆਪਾਂ ਐਦਾਂ ਨਹੀਂ ਕਰਾਂਗੇ। ਠੀਕ ਹੈ ਇਹ ਸਿੰਪਲ ਤੁਹਾਨੂੰ ਦੱਸਿਆ ਗਿਆ ਕਿ ਇਹ ਐਕਚੁਅਲੀ ਕੀ ਮਤਲਬ ਹੁੰਦਾ HCF ਦਾ। ਤਾਂ ਆਪਾਂ ਇਹਨੂੰ ਕਿਵੇਂ ਇਸ ਕੁਐਸਚਨ ਨੂੰ ਕਿਵੇਂ ਕਰ ਸਕਦੇ ਆ ਦੇਖੋ ਤੁਸੀਂ ਇੱਕ ਫੈਕਟਰ ਹੁੰਦੇ ਆ ਫੈਕਟਰ ਤੋਂ ਬਾਅਦ ਪ੍ਰਾਈਮ ਫੈਕਟਰ। ਠੀਕ ਹੈ ਫੈਕਟਰ ਤੁਹਾਨੂੰ ਮੈਂ ਦੱਸ ਦਿੱਤੇ ਕਿ ਇਹ ਫੈਕਟਰ ਕਿਹੜੇ ਹੁੰਦੇ ਆ ਜਿਹੜੇ ਉਸ ਸੰਖਿਆ ਨੂੰ ਵੰਡ ਸਕਦੇ ਆ ਉਹ ਫੈਕਟਰ ਹੁੰਦੇ ਆ। ਇੱਕ ਹੁੰਦੇ ਆ ਪ੍ਰਾਈਮ ਫੈਕਟਰ। ਤਾਂ ਪ੍ਰਾਈਮ ਫੈਕਟਰ ਦਾ ਕਨਸੈਪਟ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਦੇਖੋ ਮੈਂ ਦੱਸ ਦੇਣਾ ਵੀ ਪ੍ਰਾਈਮ ਫੈਕਟਰ ਕੀ ਹੁੰਦਾ ਹੈ। ਪ੍ਰਾਈਮ ਫੈਕਟਰ ਦਾ ਮਤਲਬ ਕੀ ਹੁੰਦਾ ਹੈ ਪ੍ਰਾਈਮ ਨੰਬਰ ਪਤਾ ਹੋਣੇ ਚਾਹੀਦਾ ਤੁਹਾਨੂੰ ਪ੍ਰਾਈਮ ਨੰਬਰ ਪਹਿਲੇ ਦਾ ਤਾਂ ਪ੍ਰਾਈਮ ਉਸ ਤੋਂ ਬਾਅਦ ਫਿਰ ਪ੍ਰਾਈਮ ਫੈਕਟਰ ਪਤਾ ਚੱਲਣਗੇ। ਤਾਂ ਪ੍ਰਾਈਮ ਨੰਬਰ ਕਿਹੜੇ ਹੁੰਦੇ ਸਭ ਤੋਂ ਪਹਿਲੇ ਤੁਹਾਨੂੰ ਪ੍ਰਾਈਮ ਨੰਬਰ ਬਾਰੇ ਪਤਾ ਹੋਣਾ ਚਾਹੀਦਾ। ਤਾਂ ਦੇਖੋ ਪ੍ਰਾਈਮ ਨੰਬਰ ਕਿਹੜੇ ਹੁੰਦੇ ਆ ਪ੍ਰਾਈਮ ਨੰਬਰ ਉਹ ਹੁੰਦੇ ਆ ਜਿਹੜੇ ਆਪਣੇ ਆਪ ਤੋਂ ਇਲਾਵਾ ਕਿਸੇ ਹੋਰ ਨਾਲ ਡਿਵਾਈਡ ਨਹੀਂ ਹੁੰਦੇ। ਠੀਕ ਹੈ ਤਾਂ ਉਹਨਾਂ ਦੀ ਸ਼ੁਰੂਆਤ ਕਿੱਥੋਂ ਹੋ ਜਾਏਗੀ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਉਹ 2 ਤੋਂ ਹੁੰਦੀ ਹੈ। 2 ਹੋ ਗਿਆ 3 ਹੋ ਗਿਆ 5 ਹੋ ਗਿਆ 5 ਤੋਂ ਬਾਅਦ 7 ਹੋ ਗਿਆ ਫਿਰ 11 ਹੋ ਗਿਆ ਫਿਰ 13 ਹੋ ਗਿਆ ਫਿਰ 17 ਹੋ ਗਿਆ। ਤਾਂ ਇਹ ਸਾਰੇ ਦੇ ਸਾਰੇ ਕੀ ਹੈ ਇਹ ਪ੍ਰਾਈਮ ਨੰਬਰ ਹੈ ਇਹ ਸਾਰੇ ਕੀ ਹੈ ਪ੍ਰਾਈਮ ਨੰਬਰ ਹੈ ਔਰ ਇਹ ਆਪਣੇ ਆਪ ਤੋਂ ਇਲਾਵਾ ਹੋਰ ਕਿਸੇ ਦੇ ਨਾਲ ਡਿਵਾਈਡ ਨਹੀਂ ਹੁੰਦੇ। ਹੁਣ ਦੇਖੋ ਮੈਥਡ ਆਪਾਂ ਕਰਨਾ ਹੈ HCF ਹਾਈਐਸਟ HCF ਦਾ ਸੈਕੰਡ ਮੈਥਡ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਪ੍ਰਾਈਮ ਨੰਬਰ ਦੀ ਲੋੜ ਪਏਗੀ ਆਪਾਂ ਪ੍ਰਾਈਮ ਫੈਕਟਰ ਕਰਿਆ ਕਰਾਂਗੇ। ਠੀਕ ਹੈ ਤਾਂ ਉਹੀ ਕੁਐਸਚਨ ਆਪਾਂ ਲੈਂਦੇ ਆ ਕਿ 8 ਅਤੇ 12 8 ਅਤੇ 12 ਦਾ ਆਪਾਂ ਕੀ ਪਤਾ ਕਰਨਾ ਹੈ HC ਤੇ F ਯਾਨੀ ਕਿ ਹਾਈਐਸਟ ਕਾਮਨ ਫੈਕਟਰ। ਤਾਂ ਇਹਨੂੰ ਆਪਾਂ ਨਾ ਉਵੇਂ ਨਾ ਕਰਕੇ ਪ੍ਰਾਈਮ ਫੈਕਟਰ ਕਰਕੇ ਦੇਖੋ 8 ਦੇ ਪ੍ਰਾਈਮ ਫੈਕਟਰ ਕਰੋ ਫਿਰ 12 ਦੇ ਪ੍ਰਾਈਮ ਫੈਕਟਰ ਕਰੋ। ਤਾਂ ਪ੍ਰਾਈਮ ਫੈਕਟਰ ਦਾ ਮਤਲਬ ਕੀ ਹੈ ਕਿ ਇਹਦੇ ਟੁਕੜੇ ਕਰੋ। ਦੇਖੋ 8 ਦੇ ਪ੍ਰਾਈਮ ਫੈਕਟਰ ਕਰਨ ਦਾ ਤਰੀਕਾ ਕੀ ਹੈ 8 ਸਭ ਤੋਂ ਛੋਟੀ ਸੰਖਿਆ ਦੇਖੋ 1 ਤੇ ਨਹੀਂ ਲਿਜਾ ਸਕਦੇ ਆਪਾਂ ਪ੍ਰਾਈਮ ਫੈਕਟਰ ਦੀ ਗੱਲ ਕਰਦੇ ਆ ਤਾਂ 2 ਤੇ ਲੈ ਕੇ ਜਾਂਦੇ ਆ 2 ਚੌਕੇ 8 ਫਿਰ 2 ਦੂਣੀ 4
फिर 2 1 2, ਤਾਂ ਮਤਲਬ ਆਪਣੇ ਕੋਲ 2 2 3 ਵਾਰੀ 2 ਨਿਕਲ ਕੇ ਆਇਆ ਤਾਂ ਇਹ ਪ੍ਰਾਈਮ ਫੈਕਟਰ 2 2 ਗੁਣਾ 2 4 4 ਗੁਣਾ 2 8, ਤਾਂ ਇਹ 8 ਦੇ ਪ੍ਰਾਈਮ ਫੈਕਟਰ ਆ ਗਿਆ। ਦੇਖੋ ਇਹੀ ਪ੍ਰਾਈਮ ਨੰਬਰ ਹੈ ਨਾ, ਇਹ ਵਾਲਾ ਵੀ ਪ੍ਰਾਈਮ ਨੰਬਰ, ਇਹ ਵਾਲਾ ਵੀ ਪ੍ਰਾਈਮ ਨੰਬਰ ਹੈ, ਕੋਈ ਵਿੱਚ 4 ਤਾਂ ਨਹੀਂ ਆਇਆ, 4 ਕੰਪੋजिट ਨੰਬਰ ਹੁੰਦੇ, ਲੇਕਿਨ ਆਪਾਂ ਇੱਥੇ ਕੀ ਲੈਣਾ ਹੈ, ਪ੍ਰਾਈਮ ਨੰਬਰ ਲੈਣਾ ਹੈ। ਤਾਂ ਹੁਣ ਗੱਲ ਕਰਦੇ ਆ 12 ਦੇ ਪ੍ਰਾਈਮ ਫੈਕਟਰ ਦੀ, ਤਾਂ 12 ਦੇ ਪ੍ਰਾਈਮ ਫੈਕਟਰ ਬਣਾ ਲਓ ਵੀ 12 ਦੇ ਪ੍ਰਾਈਮ ਫੈਕਟਰ 12 ਕਿੰਨੇ ਤੇ ਜਾਏਗਾ, 2 6 12, ਫਿਰ 2 ਤੇ ਚਲਾ ਜਾਏਗਾ, 2 3 दूनी 6, फिर 3 ਤੇ ਚਲਾ ਜਾਏਗਾ, ਤਾਂ ਇਹਦੇ ਪ੍ਰਾਈਮ ਫੈਕਟਰ ਕੀ ਹੈਗਾ 2 2 दूनी 4 4 3 12। ਪਰ HCF ਆਪਾਂ ਕਿਵੇਂ ਕਰਨਾ ਹੁੰਦਾ ਹੈ, ਇਹ ਜਿਹੜਾ ਇਹਨਾਂ ਦੇ ਵਿੱਚ ਕਾਮਨ ਆ ਰਿਹਾ ਉਹਨੂੰ ਆਪਾਂ HCF ਮੰਨ ਕੇ ਚੱਲਦੇ ਆ। ਤਾਂ ਦੇਖੋ ਇਹ ਸੈਕੰਡ ਮੈਥਡ ਹੈ, 2 दूनी 4, ਆਪਣਾ ਆਨਸਰ ਕੀ ਬਣਿਆ 4। ਜੇਕਰ ਇਹਨੂੰ ਸਿੰਪਲ ਮੈਥਡ ਦੇ ਨਾਲ ਕਰਾਂਗੇ ਗੁਣਨਖੰਡ ਬਣਾ ਕੇ ਫਿਰ ਵੀ ਆਨਸਰ 4 ਆਏਗਾ। ਜੇਕਰ ਪ੍ਰਾਈਮ ਫੈਕਟਰ ਬਣਾ ਕੇ ਯਾਨੀ ਕਿ ਆਵਾਜ਼ ਗੁਣਨਖੰਡ ਜਿਨ੍ਹਾਂ ਨੂੰ ਕਹਿੰਦੇ ਬਣਾ ਕੇ ਉਹ ਵਾਲਾ ਵੀ ਆਪਣਾ ਜਿਹੜਾ ਆਨਸਰ ਹੈ ਉਹ 4 ਆਏਗਾ। ਲੇਕਿਨ ਆਪਾਂ ਇਸ ਕੁਐਸਚਨ ਨੂੰ ਐਵੇਂ ਵੀ ਨਹੀਂ ਕਰਾਂਗੇ, ਕਿਉਂਕਿ ਜੇ ਤਾਂ ਸਿੰਪਲ 8 12 25 35 45 125 48 64 16 ਇਹੋ ਜਿਹੇ ਸਟੇਟਮੈਂਟ ਜਾਂ ਨੰਬਰ ਆਉਂਦੇ ਆ, ਤਾਂ ਉਹਨਾਂ ਦਾ ਜਿਹੜਾ ਆਪਾਂ ਕੀ ਹੈ ਬੜੇ ਆਸਾਨੀ ਦੇ ਨਾਲ ਇਸ ਤਰੀਕੇ ਦੇ ਨਾਲ ਕਰ ਸਕਦੇ ਹਾਂ। ਲੇਕਿਨ ਅੱਜ ਦਾ ਕੰਪੀਟੀਸ਼ਨ ਦਾ ਜ਼ਮਾਨਾ, ਉੱਥੇ ਹੀ ਨਹੀਂ ਪੁੱਛਿਆ ਜਾਏਗਾ ਕਿ 8 ਤੇ 12 ਦਾ ਐਸਐਫ, ਉੱਥੇ ਤਾਂ ਇਦਾਂ ਦੇ ਕੁਐਸਚਨ ਆਣਗੇ ਕਿ 1935 ਅਤੇ 4525 ਦਾ ਐਚਸੀਐਫ ਕਰੋ। ਹੁਣ ਦੇਖੋ 1935 ਦੇ ਤੁਸੀਂ ਪ੍ਰਾਈਮ ਫੈਕਟਰ ਨਹੀਂ ਕਰ ਸਕਦੇ, ਹੁਣ 4525 ਦੇ ਪ੍ਰਾਈਮ ਫੈਕਟਰ ਨਹੀਂ ਕਰ ਸਕਦੇ, ਤਾਂ ਇਹਨੂੰ ਕਰਨ ਵਾਸਤੇ ਆਪਾਂ ਥਰਡ ਮੈਥਡ ਯੂਜ਼ ਕਰਨ ਜਾ ਰਹੇ ਹਾਂ। ਉਹ ਮੈਥਡ ਜਿਹੜਾ ਹੈ ਉਹਨੂੰ ਕੀ ਕਹਿੰਦੇ ਆ, ਡਿਵਾਈਡ ਮੈਥਡ, ਯਾਨੀ ਕਿ ਭਾਗ ਕਰਕੇ, ਹੈਨਾ। ਆਪਾਂ ਉਹਨੂੰ ਕੀ ਕਰਦੇ ਹਾਂ, ਡਿਵਾਈਡ ਕਰਕੇ ਕਰ ਲੈਣੇ ਔਰ ਆਪਣਾ ਆਨਸਰ ਫਿਰ ਵੀ ਕੀ ਹੈ ਸੇਮ ਹੀ ਆਏਗਾ ਵੀ। ਚਲੋ ਦੇਖ ਲਓ ਵੀ ਇਸ ਕੁਐਸਚਨ ਦੇ ਵਿੱਚ ਆਪਾਂ 8 ਅਤੇ 12 ਨੂੰ ਕੀ ਕਰਨਾ ਹੈ, 8 ਅਤੇ 12 ਨੂੰ, ਤਾਂ ਚਲੋ ਵੀ ਦੇਖਦੇ ਆਪਾਂ ਇਸ ਕੁਐਸਚਨ ਨੂੰ, ਨੈਕਸਟ ਵਾਲੇ ਨੂੰ 8 ਅਤੇ 12 ਨੂੰ ਤੁਹਾਨੂੰ ਡਿਵਾਈਡ ਮੈਥਡ ਦੇ ਨਾਲ ਕਰ ਸਕਦਾ। 8 ਕਰਕੇ ਦਿਖਾਉਣਾ, 8 ਅਤੇ 12 ਦਾ HC ਤੇ F ਪਤਾ ਕਰੋ ਵੀ, HCF ਪਤਾ ਕਰੋ। ਤਾਂ ਦੇਖੋ HCF ਪਤਾ ਕਰੋ ਡਿਵਾਈਡ ਮੈਥਡ ਦੇ ਨਾਲ ਕੀ ਆਪਾਂ ਕਰਨਾ ਹੁੰਦਾ ਹੈ ਕਿ ਜਦੋਂ ਵੀ ਇਦਾਂ ਦਾ ਕੋਈ ਕੰਡੀਸ਼ਨ ਪੈਦਾ ਹੋ ਜੇ ਤਾਂ ਆਪਾਂ ਕੀ ਕਰਨਾ ਹੈਗਾ, ਆਪਾਂ ਦੇਖੋ ਜਿਹੜੀ ਵੱਡੀ ਸੰਖਿਆ ਨੂੰ ਵਿੱਚ ਰੱਖ ਲੈਣਾ ਡਿਵਾਈਡ ਵਾਲੇ ਦੇ ਵਿੱਚ ਔਰ ਛੋਟੀ ਸੰਖਿਆ ਦੇ ਨਾਲ ਡਿਵਾਈਡ ਕਰਦੇ ਜਾਣਾ, ਤਾਂ ਜਿੰਨੀ ਦੇਰ ਤੱਕ ਖਤਮ ਨਹੀਂ ਹੋ ਜਾਂਦਾ, ਲਾਸਟ ਦੇ ਵਿੱਚ 0 ਨਹੀਂ ਬਚ ਜਾਂਦਾ, ਉਨੀ ਦੇਰ ਤੱਕ ਆਪਾਂ ਕਰਦੇ ਜਾਣਾ। ਤਾਂ ਦੇਖੋ 8 1 ਤੇ ਜਾਏਗਾ 1 8 8, ਕਿੰਨੇ ਬੱਚੇ 12 ਵਿੱਚੋਂ 8 ਗਏ 4। ਹੁਣ ਜਿਹੜਾ ਬਾਕੀ ਬਚਿਆ ਇਹਨੂੰ ਐਵੇਂ ਬਣਾ ਲੈਣਾ ਔਰ ਜਿਹਦੇ ਨਾਲ ਪਹਿਲੇ ਭਾਗ ਕੀਤੀ ਸੀ ਉਹਨੂੰ ਇੱਥੇ ਵਿੱਚ ਰੱਖ ਲੈਣਾ। ਤਾਂ 4 2 ਤੇ ਗਿਆ 8, ਬਾਕੀ ਕਿੰਨਾ ਬਚ ਗਿਆ 0 ਬਾਕੀ, ਤਾਂ 0 ਆਪਣੇ ਕੋਲ ਰਿਮਾਈਂਡਰ ਆ ਗਿਆ। ਤਾਂ ਜਿਹੜੀ ਸੰਖਿਆ ਨੇ 0 ਰਿਮਾਈਂਡਰ ਕਰਵਾ ਦਿੱਤਾ ਉਹ ਆਪਣਾ ਕੀ ਬਣ ਜਾਏਗਾ HC ਤੇ FB। ਤਾਂ ਇਹ ਵਾਲਾ ਆਪਣਾ ਤਰੀਕਾ ਲਾਉਣਾ ਹੈ ਵੀ ਇਹ 4 ਆਪਣਾ ਆਨਸਰ ਆ ਗਿਆ ਨਾ, ਇਹ 4 ਆਪਣਾ ਕੀ ਹੈ HC ਤੇ F ਆ ਗਿਆ। ਕਲੀਅਰ? ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਚੰਗੀ ਤਰ੍ਹਾਂ ਕਲੀਅਰ ਹੋ ਗਈ ਹੋਏਗੀ, ਠੀਕ ਹੈ। ਤਾਂ ਨੈਕਸਟ ਆਪਾਂ ਦੇਖ ਲੈਂਦੇ ਹਾਂ। ਦੇਖੋ ਨੈਕਸਟ ਇਹ ਦੋਸਤ 2 ਨੰਬਰ ਸੀਗੇ, ਲੇਕਿਨ ਜੇਕਰ ਇਦਾਂ ਹੀ 3 4 ਨੰਬਰ ਦਿੱਤੇ ਹੋਣਾ ਆਪਾਂ ਨੂੰ ਤਾਂ ਫਿਰ ਆਪਾਂ ਕਿਵੇਂ ਕਰ ਸਕਦੇ ਹਾਂ ਕੁਐਸਚਨ ਨੂੰ। ਤਾਂ ਦੇਖੋ ਤੁਹਾਡੇ ਕੋਲ ਕਈ ਵਾਰੀ ਕੀ ਹੈ ਕਿ ਜਿਵੇਂ ਆ 12 ਹੋ ਗਿਆ 16 ਹੋ ਗਿਆ ਔਰ 24 ਹੋ ਗਿਆ, ਦਾ ਕੀ ਹੈ HC ਤੇ F ਪਤਾ ਕਰੋ। ਦੇਖੋ HCF ਪਤਾ ਕਰੋ, ਇਹਦਾ ਆਪਾਂ ਕੀ ਕਰਨਾ ਹੈ HC ਤੇ F ਪਤਾ करना है, ठीक है। तो सब तो पहले ਆਪਾਂ ਇਹਦਾ ਕਰਦੇ ਆ ਸਿੰਪਲ, ਕਿਉਂਕਿ ਇਹ ਛੋਟੀਆਂ ਸੰਖਿਆਵਾਂ 12 16 24 ਸਿੰਪਲ ਹੈ, ਇਹਨੂੰ ਆਪਾਂ ਪ੍ਰਾਈਮ ਫੈਕਟਰ ਦੇ ਨਾਲ ਵੀ ਕਰ ਸਕਦੇ ਆ। देखो 12 ਦੇ ਟੁਕੜੇ ਕਰੋ, 12 ਦੇ ਪ੍ਰਾਈਮ ਫੈਕਟਰ ਕਰੋ 2 2 दूनी 4 4 3 12, ਇਹ ਬਣ ਗਿਆ। 16 ਦੇ ਬਣਾਏ ਪ੍ਰਾਈਮ ਫੈਕਟਰ 2 गुणा 2 4 4 गुणा 2 8 8 गुणा 2 16, और 24 ਦੇ ਜਦੋਂ ਬਣਾਓਗੇ ਨਾ ਪ੍ਰਾਈਮ ਫੈਕਟਰ ਤਾਂ 2 2 दूनी 4 4 दूनी 8 8 3 24। ਤਾਂ HCF ਕੀ ਹੁੰਦਾ ਹੈ, HCF ਇਹਨਾਂ ਦੇ ਵਿੱਚ ਕਾਮਨ ਆ ਰਿਹਾ, ਤਾਂ ਕਾਮਨ ਕਿਹੜਾ 2 1 ਆ ਰਿਹਾ, ਫਿਰ ਇੱਕ ਹੋਰ 2 ਆ ਰਿਹਾ, ਤਾਂ ਹੋਰ ਤਾਂ ਦੇਖੋ ਕੋਈ ਤਿੰਨੋਂ ਸੰਖਿਆਵਾਂ ਦੇ ਵਿੱਚ ਕਾਮਨ ਹੋਣਾ ਚਾਹੀਦਾ। ਤਾਂ ਆਪਣਾ HCF ਕਿੰਨਾ ਨਿਕਲ ਕੇ ਆਇਆ ਵੀ 4, ਠੀਕ ਹੈ। ਤਾਂ ਇਸ ਕੁਐਸਚਨ ਨੂੰ ਆਪਾਂ ਕੀ ਹੈ ਸਿੰਪਲ ਮੈਥਡ ਦੇ ਨਾਲ ਕਰ ਲਿਆ, ਲੇਕਿਨ ਜੇਕਰ ਵੱਡੀਆਂ ਸੰਖਿਆਵਾਂ ਹਨ ਤਾਂ ਡਿਵਾਈਡ ਮੈਥਡ ਦੇ ਨਾਲ ਵੀ ਆਪਾਂ ਕਰ ਸਕਦੇ ਹਾਂ, ਠੀਕ ਹੈ। ਤਾਂ ਡਿਵਾਈਡ ਮੈਥਡ ਦੇ ਨਾਲ ਕਿੱਦਾਂ ਕਰਨਾ ਹੈ ਉਹ ਦੇਖ ਲੈਣਾ ਵੀ ਡਿਵਾਈਡ ਮੈਥਡ ਦੇ ਨਾਲ ਆਪਾਂ ਕਿਵੇਂ ਕਰ ਸਕਦੇ ਹਾਂ। ਇਹ ਦੇਖੋ ਇਹਨਾਂ ਦੋਨਾਂ ਦੇ ਵਿੱਚ ਜਿਹੜੀਆਂ ਤੁਹਾਨੂੰ ਸੰਖਿਆਵਾਂ ਜੋ ਮਰਜ਼ੀ ਦੋ ਉਠਾ ਲਓ, पहलियां 2 उठा लो, लास्ट वाली 2 उठा लो, पहली और थर्ड
ਉਠਾ ਲਓ ਜੋ ਚੰਗਾ ਲੱਗਦਾ ਹੈ। ਤਾਂ ਦੇਖੋ ਆਪਾਂ ਨੂੰ ਤਾਂ ਇਹੀ ਹੈ ਵੀ ਲਾਸਟ ਤੇ 0 ਕਿਨੇ ਬਣਾਇਆ, ਤਾਂ ਦੇਖੋ 16 ਵਿੱਚ ਰੱਖਿਆ, 12 ਨਾਲ ਡਿਵਾਈਡ, ਛੋਟੀ ਦੋਨਾਂ ਦੇ ਵਿੱਚੋਂ ਛੋਟੀ ਜਿਹੜੀ ਹੈ ਬਾਹਰ ਔਰ ਵੱਡੀ ਵਿੱਚ, ਤਾਂ 12 ਇੱਕ ਤੇ ਗਿਆ, 12 ਏਕਮ 12, ਕਿੰਨੇ ਬਾਕੀ ਬੱਚੇ ਵੀ 4 ਹੋਣੇ, 4 ਹੀ ਬਣ ਗਏ ਔਰ ਇਹ ਜਿਹੜਾ ਸੀਗਾ ਇਹਨੂੰ ਵਿੱਚ ਲੈ ਕੇ ਆ ਗਿਆ, ਤਾਂ 4 3 ਚੌਕੇ 12, ਤਾਂ ਇਹਨੇ ਇੱਕ ਤਾਂ 0 ਕਰ ਦਿੱਤਾ ਵੀ, ਤਾਂ ਅੱਜ ਤੋਂ ਆਪਾਂ ਕੀ ਉਠਾ ਲਿਆ 4। ਹੁਣ ਇਸ 4 ਨੂੰ ਕੀ ਕਰਨਾ ਹੈ, ਇਸ 4 ਨੂੰ ਐਵੇਂ ਬਾਹਰ ਰੱਖ ਲੈਣਾ ਹੈ, ਔਰ ਜਿਹੜਾ ਇਧਰੋਂ ਬਚ ਗਿਆ, ਕੌਣ ਬਚਿਆ ਵੀ, ਕੌਣ ਬਚਾ 24 ਬਚਾ, ਤਾਂ 24 ਬਾਹਰ ਲਿਖ ਲੈਣਾ, ਤਾਂ 24 ਲਿਖਿਆ, ਤਾਂ 24 4 ਛਿਕਾ 24, ਤਾਂ ਆਪਣੇ ਕੋਲ ਹੁਣ ਕਿੰਨਾ ਬਾਕੀ ਬਚਿਆ 0 ਬਾਕੀ ਬਚਿਆ, ਔਰ ਬਚਾਇਆ ਕਿਹਨੇ ਲਾਸਟ ਦੇ ਵਿੱਚ 4 ਨੇ, ਤਾਂ ਆਪਣਾ HCF ਕਿੰਨਾ ਬਣ ਗਿਆ ਵੀ 4। ਤਾਂ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਕੁਐਸਚਨ ਦੀ ਔਰ HCF ਦਾ ਜਿਹੜਾ ਬੇਸਿਕ ਕਨਸੈਪਟ ਹੈ ਉਹ ਬਿਲਕੁਲ ਵਧੀਆ ਤਰੀਕੇ ਦੇ ਨਾਲ ਕਲੀਅਰ ਹੋ ਚੁੱਕਿਆ ਹੋਏਗਾ। ਠੀਕ ਹੈ, ਤਾਂ ਚਲੋ ਜੇ ਕਲੀਅਰ ਹੈ ਤਾਂ ਹੁਣ ਆਪਾਂ ਥੋੜਾ ਜਿਹਾ ਅੱਗੇ ਸਟੈਪ ਵਧਾਉਂਦੇ ਹਾਂ। ਚਲੋ ਤਾਂ ਦੇਖੋ ਕਈ ਵਾਰੀ ਕੀ ਹੁੰਦਾ ਨਾ, ਦੋ ਸਟੇਟਮੈਂਟ ਆ ਜਾਂਦੀਆਂ, ਜਿਵੇਂ ਕਿ ਆ 2 ਦੀ ਪਾਵਰ 3 ਹੈ ਹਨਾ, 3 ਦੀ ਪਾਵਰ 5 4 5 ਦੀ ਪਾਵਰ 3 ਅਤੇ 2 ਦਾ ਸਕੁਅਰ 3 ਦੀ ਪਾਵਰ 4 ਔਰ 5 ਦਾ ਸਕੁਅਰ। ਤਾਂ ਇਹਨਾਂ ਦਾ ਕਹਿੰਦਾ ਕਿ HCF ਪਤਾ ਕਰੋ, ਕੀ ਹੈ ਦਾ HC ਤੇ F ਪਤਾ ਕਰੋ, ਇਹਨਾਂ ਦਾ ਕੀ ਪਤਾ ਕਰੋ HCF ਪਤਾ ਕਰੋ। ठीक है, तो देखो अपने कोल एक्चुअली है कि ਇਹਦਾ ਆਨਸਰ ਕਿੰਨਾ ਆਏਗਾ। ठीक है, वो किवें करना होएगा, ਆਪਾਂ ਕੀ ਕਰਨਾ ਹੈ, देखो ਇਹ ਵਾਲੀ ਇੱਕ ਤੁਹਾਡੇ ਕੋਲ ਪਹਿਲੀ ਸਟੇਟਮੈਂਟ ਹੈ, ਇਹ ਵਾਲੀ ਕੀ ਹੈ दूसरी स्टेटमेंट है। तो पहली स्टेटमेंट ਦੇ ਵਿੱਚ ਉਹਨਾਂ ਨੇ ਕੀ ਬੋਲਿਆ ਹੈ कि देखो पहली स्टेटमेंट है 2 ਦੀ ਪਾਵਰ 3 यानी कि 1 2 ਤੇ 3 ਵਾਰ 5 3 ਦੀ ਪਾਵਰ 5 1 2 3 4 5 3 ਨੂੰ ਕਹਿੰਦਾ 5 ਵਾਰ ਲਿਖੋ, और 5 ਦੀ ਪਾਵਰ ਕਿੰਨੀ ਹੈ 3 ਹੈ ਵੀ, ਤਾਂ 5 ਨੂੰ ਕਿੰਨੀ ਵਾਰ ਲਿਖਣਾ ਹੈ 3 ਵਾਰ ਲਿਖਣਾ ਹੈ, ਤਾਂ ਲਿਖਤਾ। ਸੈਕਿੰਡ ਸਟੇਟਮੈਂਟ ਦੇ ਵਿੱਚ ਉਹਨੇ 2 ਨੂੰ ਕਿੰਨੀ ਵਾਰ ਲਿਖਣ ਦੀ ਕੋਸ਼ਿਸ਼ ਕਰ ਰਿਹਾ 2 ਵਾਰ ਹਨਾ, 2 ਦੀ ਪਾਵਰ 2 3 ਦੀ ਪਾਵਰ ਕਿੰਨੀ ਹੈ 4, ਤਾਂ 4 ਵਾਰ ਲਿਖ ਲਓ, और 5 ਦੀ ਪਾਵਰ ਕਿੰਨੀ ਹੈ 2, ਤਾਂ 5 ਨੂੰ 2 ਵਾਰ ਲਿਖਣਾ ਹੈ। ਤਾਂ ਆਪਾਂ ਨੂੰ ਤਾਂ ਚਾਹੀਦਾ HCF, ਤਾਂ ਕੋਮਨ ਵਾਲਾ ਕਨਸੈਪਟ ਲਾਓ, 2 ਕੋਮਨ, फिर ये वाला 2 कॉमन, 3 कॉमन, फिर 3 कॉमन, फिर 3 कॉमन, फिर 3 कॉमन, फिर 5 कॉमन और फिर 5 कॉमन। तो जदों ऐदा दा क्वेश्चन आ जाए तो देखो ਇਹਦਾ मतलब ये हो गया कि अपने को 2 कितनी बारी आ चुका है। देखो ज्यादातर हम सारिਆਂ ਨੂੰ मल्टीप्लाई कर दो ਤੇ ਜਾਂ ਫਿਰ 2 ਦੀ ਪਾਵਰ ਕਿੰਨੀ 2 ਕਿੰਨੀ ਵਾਰੀ ਹੈ 2 ਵਾਰੀ ਆ ਚੁੱਕਿਆ ਹੈ, 3 ਕਿੰਨੀ ਵਾਰੀ ਹੈ 4 ਵਾਰੀ ਆ ਚੁੱਕਿਆ ਹੈ, ਔਰ 5 ਕਿੰਨੀ ਵਾਰੀ ਹੈ 2 ਵਾਰੀ ਆ ਚੁੱਕਿਆ ਹੈ। ਆਈ ਹੋਪ ਕਿ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗਿਆ ਹੋਵੇਗਾ, ਲੇਕਿਨ ਆਪਾਂ ਇੰਨਾ ਵੱਡਾ ਨਹੀਂ ਕਰਨਾ ਵੀ, ਇੰਨਾ ਵੱਡਾ ਇਸ ਕੁਐਸਚਨ ਨੂੰ ਨਹੀਂ ਕਰਨਾ। ਠੀਕ ਹੈ, ਐਵੇਂ ਨਹੀਂ ਕਰਨਾ, ਸਿੰਪਲ ਜਿਹਾ ਲੌਜੀਕ ਤੁਸੀਂ ਲਾਉਣਾ ਹੈ। ਸਿੰਪਲ ਜਿਹਾ ਲੌਜੀਕ ਕੀ ਲਾਓਗੇ ਕਿ ਇਹਨਾਂ ਦੋਨਾਂ ਦੇ ਵਿੱਚ ਦੇਖੋ 2 ਕਾਮਨ ਹੈ, ਇਹ ਵੀ 2 ਕਾਮਨ ਹੈ, ਤਾਂ HCF ਕਰਨ ਵੇਲੇ ਪਾਵਰ ਕੀ ਆ ਆਪਾਂ ਛੋਟੀ ਲਵਾਂਗੇ। ਠੀਕ ਹੈ, ਪਾਵਰ 2 ਦੀ ਪਾਵਰ 3 ਹੈ, 2 ਦੀ ਪਾਵਰ 2 ਹੈ, ਤਾਂ ਆਪਣੇ ਆਨਸਰ ਦੇ ਵਿੱਚ 2 ਦੀ ਪਾਵਰ 2 ਆ ਜਾਏਗਾ। 3 ਦੀ ਪਾਵਰ 5 ਹੈ, 3 ਦੀ ਪਾਵਰ 4 ਹੈ, ਆਨਸਰ ਦੇ ਵਿੱਚ 3 ਦੀ ਪਾਵਰ 4 आ जाएगा, और 5 ਦੀ ਪਾਵਰ 3 है और 5 ਦੀ ਪਾਵਰ 2 है, तो 5 ਦੀ ਪਾਵਰ 2 ਇਹ ਵਾਲਾ ਆਪਣਾ ਆਨਸਰ ਬਣ ਕੇ ਆਏਗਾ। ਉਹ ਕਿਵੇਂ ਆਏਗਾ ਉਹਦਾ ਕਨਸੈਪਟ ਮੈਂ ਤੁਹਾਨੂੰ ਇਹ ਸਾਰਾ ਦੱਸ ਚੁੱਕਿਆ। ठीक है, तो ਤੁਸੀਂ ਇਹ ਚੀਜ਼ ਸੋਚਣਾ ਕਿ ਪਾਵਰ ਹਮੇਸ਼ਾ ਛੋਟੀ ਲੈਣੀ ਹੈ। ਤਾਂ ਵੇਖੋ 2 ਦੀ ਪਾਵਰ 2, 3 ਦੀ ਪਾਵਰ 4 और 5 ਦੀ ਪਾਵਰ 2। आई होप ਤੁਹਾਨੂੰ ਇਹ ਵਾਲਾ ਕਨਸੈਪਟ ਜਿਹੜਾ ਹੈ ਉਹ ਕਲੀਅਰ ਹੋ ਚੁੱਕਿਆ ਹੋਵੇਗਾ। ਠੀਕ ਹੈ, ਤਾਂ ਇਹ ਸੀਗਾ HCF। ਹੁਣ ਵਧਦੇ ਆਪਾਂ LCM ਵੱਲ, ਔਰ LCM ਦੇ ਕਨਸੈਪਟ ਸਮਝਣ ਤੋਂ ਬਾਅਦ HCF ਔਰ LCM ਦਾ ਜਿਹੜਾ ਉਹ ਕਾਮਨ ਕੰਬਾਈਨ ਕੁਐਸਚਨ ਬਣਿਆ ਕਰੇਗਾ, ਉਹ ਬਣਾ ਕੇ ਔਰ ਬਾਕੀ ਫਿਰ ਆਪਾਂ ਬਾਤ ਕਰਦੇ ਹਾਂ ਸਟੇਟਮੈਂਟ ਵਾਲੇ ਕੁਐਸਚਨ ਜਿਹੜੇ ਆ ਉਹ ਕਰ ਲੈਣੇ। ਠੀਕ ਹੈ,
चलो ਤਾਂ ਦੇਖੋ ਹੁਣ ਆਪਾਂ ਜਿਹੜਾ ਨਾ HCF ਤੋਂ ਬਾਅਦ ਆਪਾਂ LCM ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। LCM ਕੀ ਹੈ? देखो LCM ਦਾ ਮਤਲਬ ਕੀ ਹੋ ਗਿਆ? LC ਤੇ M, LCM, L ਦਾ ਮਤਲਬ ਲੀਸਟ, C ਤੋਂ ਮਤਲਬ ਕਾਮਨ और M ਦਾ ਮਤਲਬ ਕੀ ਹੋ ਗਿਆ? M ਤੋਂ ਭਾਵ ਹੋ ਗਿਆ ਮਲਟੀਪਲ। ठीक है, मल्टीपल। तो देखो लीस्ट का मतलब होता है छोटा और कॉमन का मतलब हो गया साझा और मल्टीपल का मतलब हो गया गुणज। देखो जिदा कि आपां HCF दे विच हाईएस्ट कॉमन फैक्टर पता करने की कोशिश की थी और ਉਹਦੇ ਵਿੱਚ नीचे ਜਿਹੜਾ फैक्टर की चीज ਹੁੰਦੀ ਹੈ ਉਵੇਂ ਹੀ ਸ਼ੁਰੂਆਤ ਆਪਾਂ ਪਿੱਛੋਂ ਦੀ ਕਰਾਂਗੇ। लेकिन गुणज की ਹੁੰਦਾ ਹੈ, मल्टीपल की ਉਹ ਆਪਾਂ ਨੂੰ ਪਤਾ ਹੋਣਾ। ਜੇਕਰ ਉਹ ਤੁਹਾਨੂੰ ਪੁੱਛ ਲੈਂਦਾ ਨਾ ਆਪਾਂ 8 ਤੇ 12 ਦੀ ਗੱਲ ਕਰ ਲੈਣੇ। 8 ਅਤੇ 12, 8 ਅਤੇ 12 ਦਾ LCM ਪਤਾ ਕਰੋ। LCM ਪਤਾ ਕਰੋ। ਤਾਂ ਦੇਖੋ LCM ਪਤਾ ਕਰੋ ਯਾਨੀ ਕਿ ਇਹਦਾ ਲੀਸਟ ਕਾਮਨ, ਮਲਟੀਪਲ ਪਤਾ ਕਰੋ ਯਾਨੀ ਕਿ ਲੀਸਟ ਛੋਟੇ ਤੋਂ ਛੋਟਾ, ਕਾਮਨ ਦਾ ਮਤਲਬ ਕਾਮਨ ਸਾਂਝਾ और मल्टीपल की ਹੁੰਦਾ ਠੀਕ ਹੈ ਨਾ। ਮਲਟੀਪਲ ਗੁਣਜ ਉਹ ਕੀ ਹੈ ਹਨਾ, ਛੋਟੇ ਤੋਂ ਛੋਟਾ ਸਾਂਝਾ ਗੁਣਜ ਪਤਾ ਕਰੋ। ਤਾਂ ਦੇਖੋ ਐਕਚੁਅਲੀ ਗੁਣਜ ਹੁੰਦਾ ਕੀ ਹੈ? ਤੁਸੀਂ ਸਪੋਜ਼ ਕਿ 8 ਦੇ ਗੁਣਜ ਪਤਾ ਕਰਨੇ ਆ। 8 ਦੇ ਪਹਿਲੇ 5 ਗੁਣਜ ਪਤਾ ਕਰੋ ਵੀ ਗੁਣਜ ਪਤਾ ਕਰੋ। ਜੇਕਰ ਇਹ ਗੱਲ ਕਰਨੀ ਹੋਏ ਤਾਂ ਦੇਖੋ ਪਹਿਲੇ 5 ਗੁਣਜ ਮਤਲਬ ਕਿ ਉਹ ਗੁਣਜ ਉਹ ਸੰਖਿਆ ਹੁੰਦੀ ਹੈ। ਗੁਣਜ ਇੱਕ ਉਹ ਸੰਖਿਆ ਹੋਏਗੀ ठीक है ना। गुणज एक ऐदा दी संख्या है ਜਿਹੜੀ ਇਹਦੇ ਟੇਬਲ ਦੇ ਉੱਤੇ ਆਏਗੀ ਹਨਾ, ਇਹਦੇ ਨਾਲ ਵੰਡੀ ਜਾਏਗੀ। ਗੁਣਨਖੰਡ ਦੇ ਵਿੱਚ ਕੀ ਕਿਹਾ ਸੀਗਾ ਕਿ ਉਹ ਸਾਰੀਆਂ ਸੰਖਿਆਵਾਂ ਜਿਹੜੀਆਂ ਇਸ 8 ਨੂੰ ਵੰਡ ਸਕਦੀਆਂ, ਪਰ ਮਲਟੀਪਲ ਦੇ ਵਿੱਚ ਆ ਗਿਆ, ਗੁਣਜ ਦੇ ਵਿੱਚ ਆ ਗਿਆ ਕਿ 8 ਕਿੰਨੂੰ ਕਿੰਨੂੰ ਵੰਡ ਸਕਦਾ ਹੈ। ਠੀਕ ਹੈ ਨਾ। ਤਾਂ ਪਹਿਲੇ 5 ਗੁਣਨਖੰਡ 8 ਇੱਕ ਖੁਦ ਆਪਣੇ ਆਪ ਨੂੰ ਵੰਡੇਗਾ, ਇੱਕ ਫਿਰ 8 ਦੂਣੀ 16 ਨੂੰ ਵੰਡੇਗਾ, 8 ਤੀਆ 24 ਨੂੰ ਵੰਡੇਗਾ, 8 ਚੌਕਾ 32 ਨੂੰ ਵੰਡੇਗਾ, 8 ਪੰਜਾ 40 ਨੂੰ ਵੰਡੇਗਾ। ਤਾਂ ਇਹਦੇ 5 ਗੁਣਜ ਹੈ ਨਾ। 8 ਦੇ ਪਹਿਲੇ 5 ਗੁਣਜ ਹੈ, ਲੇਕਿਨ ਗੁਣਨਖੰਡ ਦੀ ਗੱਲ ਕੀਤੀ ਸੀ ਤਾਂ 8 ਦੇ ਆਪਾਂ ਗੁਣਨਖੰਡ ਕੀ ਹੈ? ਗੁਣਨਖੰਡ ਆਪਾਂ ਪਤਾ ਕੀਤੇ ਸੀ ਕਿਹੜੇ ਕਿਹੜੇ ਪੜਾ। 8 ਦੇ ਜਿਹੜੇ ਗੁਣਨਖੰਡ ਆ ਉਹ 1 ਸੀਗਾ, 2 ਸੀਗਾ, 4 ਸੀ ਔਰ ਖੁਦ 8 ਸੀ। ਤਾਂ ਗੁਣਨਖੰਡ ਔਰ ਗੁਣਜ ਦੇ ਵਿੱਚ ਤੁਹਾਨੂੰ ਅੰਤਰ ਪਤਾ ਲੱਗ ਗਿਆ ਹੋਵੇਗਾ। ਗੁਣਜ ਕੀ ਹੁੰਦਾ ਹੈ? 8 ਜਿਹਨੂੰ ਵੰਡ ਸਕਦਾ ਹੈ। 8 ਆਪਣੇ ਆਪ ਨੂੰ ਵੰਡ ਸਕਦਾ ਹੈ, ਆਪਣੇ ਨਾਲੋਂ ਡਬਲ ਨੂੰ ਵੰਡ ਸਕਦਾ ਹੈ, ਆਪਣੇ ਨਾਲੋਂ ਟ੍ਰਿਪਲ ਨੂੰ ਵੰਡ ਸਕਦਾ ਹੈ, ਆਪਣੇ ਨਾਲੋਂ 4 ਗੁਣਾ ਨੂੰ ਵੰਡ ਸਕਦਾ ਹੈ। ਲੇਕਿਨ ਗੁਣਨਖੰਡ ਕੀ ਹੈ ਕਿ 8 ਨੂੰ ਕੌਣ ਵੰਡ ਸਕਦਾ ਹੈ। ਇਹ ਕਨਸੈਪਟ ਆਈ ਥਿੰਕ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਚੱਲ ਗਿਆ ਹੋਵੇਗਾ। ਗੱਲ ਫਿਰ ਉੱਥੇ ਆ ਗਈ ਕਿ 8 ਅਤੇ 12 ਦਾ LCM। ਮੈਂ ਮੈਥਡ ਪਹਿਲੇ ਤੁਹਾਨੂੰ ਦੱਸਾਂਗਾ ਇਹ ਵਾਲਾ ਕੀ ਐਕਚੁਅਲੀ ਮੀਨਿੰਗ ਕੀ ਹੈ। ਹੁਣ ਦੇਖੋ 8 ਦੇ गुणज पता करना ना सारे तो आप 8 का टेबल चला लो। 1 8 8 2 8 16 3 8 24 4 8 32 5 8 40 6 8 48 7 8 56 8 8 64 9 8 72 10 8 80 11 8 88 12 8 96। तो ਐਵੇਂ ਚਲਾ ਕੇ ਇੱਕ ਵਾਰੀ ਦੇਖਦਾ ਆਪਾਂ ਐਦਾਂ ਕਰਨਾ ਨਹੀਂ ਹੈ। ਮੈਂ ਤੁਹਾਨੂੰ ਸਿੰਪਲ ਮਤਲਬ ਦੱਸਣ ਦੀ ਕੋਸ਼ਿਸ਼ ਕਰਨ ਜਾ ਰਿਹਾ। ਤਾਂ ਨੈਕਸਟ 12 ਦੇ ਗੁਣਨਖੰਡ ਚਲਾਓ, ਗੁਣਜ ਚਲਾਓ। 12 1 12 दूना 24 12 तिया 36 12 चौके 48 12 5 12 5 60 12 6 72 12 7 84 12 8 96 12 9 108 12 ਦਾ 100। ਤਾਂ ਦੇਖੋ ਹੁਣ ਦੇਖੋ ਮਲਟੀਪਲ ਆਪਾਂ ਗੁਣਜ ਇਹਨਾਂ ਦੇ ਐਨੇ ਫਾਈਂਡ ਕਰਨਾ ਸਾਰਿਆਂ ਦੇ। ਫਿਰ ਹੁਣ ਕਹਿੰਦਾ ਕਾਮਨ ਦੱਸੋ। ਕਾਮਨ ਦਾ ਮਤਲਬ ਸਾਂਝੇ। ਤਾਂ ਸਭ ਤੋਂ ਪਹਿਲਾ ਗੁਣਨਖੰਡ ਕਿਹੜਾ ਜਿਹੜਾ ਸਾਂਝਾ ਹੋਏਗਾ ਕਿਹੜਾ? 24 ਹੈ। 24 ਤੋਂ ਬਾਅਦ 48 ਹੈ। 48 ਤੋਂ ਬਾਅਦ 72 ਹੈ। 72 ਤੋਂ ਬਾਅਦ 96 ਹੈ। ਇਹ ਸਾਰੇ 24 ਉਹਦੇ ਕੋ 24 ਦਾ ਟੇਬਲ ਹੀ ਅੱਗੇ ਚੱਲ ਗਿਆ। 24 ਦੇ ਨਾਲ 48 24 ਤੇ 72 24 ਚੌਕਾ 96। ਤਾਂ ਉਹਨਾਂ ਨੇ ਪੁੱਛਿਆ ਕੀ ਹੈ? ਉਹਨਾਂ ਨੇ ਇਹ ਗੱਲ ਪੁੱਛੀ ਹੈ ਕਿ LCM ਦੱਸੋ। LCM ਦਾ मतलब लिस्ट कॉमन मल्टीपल। कॉमन आप सारी पता कर लिया, मल्टीपल भी पता कर लिया, लेकिन लिस्ट पता करो। तो लिस्ट यानी कि छोटे तो छोटा। तो छोटे तो छोटा कौन है? 24 है ना। तो अपना जो LCM निकल के आया वो LCM कितना निकल के आया भी 24। क्लियर? आई होप तुहानू सारिਆਂ ਨੂੰ ਇਹ ਚੀਜ਼ क्लियर हो चुकी होगी। तो देखो ये सीगा अपना LC ते M, लेकिन ਆਪਾਂ ऐसा नहीं करना।
ਐਵੇਂ ਨਹੀਂ ਕਰਾਂਗੇ ਇਸ ਕੁਐਸਚਨ ਨੂੰ ਇੰਨਾ ਵੱਡਾ ਥੋੜਾ ਬਣਾਵਾਂਗੇ। ਇਹ ਲੌਜੀਕ ਆਪਾਂ ਯੂਜ਼ ਨਹੀਂ ਕਰਨਾ, ਇਹ ਸਿੰਪਲ ਤੁਹਾਨੂੰ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐਲਸੀਐਮ ਐਕਚੁਅਲੀ ਕੀ ਹੁੰਦਾ ਹੈ। ਠੀਕ, ਤਾਂ ਚਲੋ ਨੈਕਸਟ ਆਪਾਂ ਹੁਣ ਦੇਖ ਲੈਂਦੇ ਆ। ਨੈਕਸਟ ਇਹ ਹਿੱਸੇ ਕੁਐਸਚਨ 8 ਅਤੇ 12 ਦਾ ਐਲਸੀਐਮ ਆਪਾਂ ਉਹ ਤਰੀਕਾ ਨਹੀਂ ਯੂਜ਼ ਕਰਨਾ। ਆਪਾਂ ਤਾਂ ਸਿੰਪਲ ਇਹਨਾਂ ਦੋਨਾਂ ਨੂੰ ਇਕੱਠਾ ਰੱਖ ਲਾਂਗੇ ਔਰ ਇਹਨਾਂ ਦੇ ਪ੍ਰਾਈਮ ਫੈਕਟਰ ਕਰਾਂਗੇ। 2 ਤੇ ਚਲਾ ਜਾਏਗਾ 2 ਚੌਕੇ 8, 2 ਛਿੱਕੇ 12। ਦੇਖੋ ਆਪਾਂ ਇਹ ਵਾਲੀ ਚੀਜ਼ ਇਹਨਾਂ ਨੂੰ ਉਸ ਟਾਈਮ ਤੇ ਅੱਗੇ ਟੇਬਲ ਤੇ ਲੈ ਕੱਟਦੇ ਜਾਣਾ ਜਿੰਨੀ ਦੇਰ ਤੱਕ 2 ਜਾਂ 2 ਤੋਂ ਦੇਖੋ ਘੱਟੋ ਘੱਟ 2 ਨੰਬਰ ਇੱਕ ਪਾੜੇ ਦੇ ਉੱਪਰ ਇੱਕ ਟੇਬਲ ਦੇ ਉੱਤੇ ਹੋਣੇ ਚਾਹੀਦੇ। ਤਾਂ ਚਲੋ ਹੁਣ ਫਿਰ ਲੈ ਚਲੋ 2 ਤੇ 2 ਦੂਣੀ 4, 2 ਤਿਆ 6। ਤਾਂ ਦੇਖੋ ਅੱਗੇ ਕਈਆਂ ਦੀ ਆਦਤ ਹੁੰਦੀ ਹੈ ਵੀ ਕਈਆਂ ਦੀ ਕੀ ਆਦਤ ਹੈ ਵੀ ਇੱਥੇ ਨੀਚੇ ਇਹਨਾਂ ਨੂੰ ਐਵੇਂ ਕਰਕੇ ਨਾ ਦੇਖੋ 2 1 2 ਚਲੋ 3 ਬਚਿਆ, ਫਿਰ 3 ਤੇ ਗਏ ਇੱਥੇ ਇੱਕ ਲਾ ਕੇ ਆਉਣਾ ਹੁੰਦਾ। ਇਹ ਜ਼ਰੂਰੀ ਨਹੀਂ ਹੈ ਇੱਕ ਲੈ ਕੇ ਆਉਣਾ ਜ਼ਰੂਰੀ ਨਹੀਂ ਹੈ। ਆਪਾਂ ਇਹ ਪ੍ਰੋਸੈਸ ਉਦੋਂ ਤੱਕ ਹੀ ਚਲਾਉਣੀ ਹੈ ਜਦੋਂ ਤੱਕ ਕੋਈ 2 मतलब कि 2 नंबर एक साझे नंबर ते वंडे ना जा सकन। ठीक है ना, आप 8 ते 12 ਨੂੰ ਉਨੀ ਦੇਰ ਤੱਕ ਕਿ ਅੱਗੇ ਦੇਖੋ 2 ਚੌਕੇ 8 2 ਛਿੱਕੇ 12 2 ਦੂਣੀ 4 2 ਤਿਆ 6। ਕੀ ਹੁਣ ਇਹ ਦੋਨੋਂ ਕਿਸੇ ਇੱਕ ਟੇਬਲ ਤੇ ਆ ਰਹੇ ਆ ਵੀ ਇੱਕ ਟੇਬਲ ਤੇ ਨਹੀਂ ਆ ਰਹੇ ਨਾ ਤਾਂ ਇੱਥੇ ਰਹਿਣ ਦੋ ਬਸ ਸਾਰਿਆਂ ਦੀ ਗੁਣਾ ਕਰ ਲਓ 2 ਦੂਣੀ 4 4 ਦੂਣੀ 8 8 ਤਿਆ 24। ਤਾਂ ਆਪਣਾ ਐਲਸੀਐਮ ਕਿੰਨਾ ਨਿਕਲ ਕੇ ਆਇਆ ਵੀ ਐਲਸੀਐਮ ਕਿੰਨਾ ਨਿਕਲ ਕੇ ਆਇਆ 24 ਆंसर आ गया। ठीक है 24 अपना की है आंसर आ चुका है। हुन सपोज दैट ਤੁਹਾਡੇ ਕੋਲ ਕੋਈ ਪੁੱਛ ਲੈਂਦਾ ਕਿ 7 ਅਤੇ 5 ਦਾ एलसीएम पता करो एलसीएम ਤਾਂ ਦੇਖੋ ਤੁਸੀਂ 7 ਤੇ 5 ਨੂੰ ਐਵੇਂ ਤਾਂ ਦੇਖੋ ਕੀ ਇਹ ਦੋਨੋਂ ਕਿਸੇ ਇੱਕ ਟੇਬਲ ਤੇ ਜਾਣ ਦੀ ਕੋਸ਼ਿਸ਼ ਕਰ ਨਹੀਂ ਜਾ ਰਹੇ ਨਾ ਤਾਂ ਸਿੰਪਲ ਇਹਨਾਂ ਦੀ ਗੁਣਾ ਕਰ ਦੋ ਆਪਸ ਵਿੱਚ ਤਾਂ 7 5 35। ਤਾਂ ਲੀਸਟ ਕਾਮਨ ਮਲਟੀਪਲ ਉਹ ਛੋਟੀ ਤੋਂ ਛੋਟੀ ਸੰਖਿਆ ਹੁੰਦੀ ਹੈ ਜਿਹੜੀ ਇਹਨਾਂ ਦੋਨਾਂ ਦੇ ਨਾਲ ਵੰਡੀ ਜਾਂਦੀ ਹੈ ਦੋਨਾਂ ਦੇ ਨਾਲ ਭਾਗ ਹੋ ਜਾਂਦੀ ਹੈ। ਤਾਂ ਦੇਖੋ 24 ਇੱਕ ਇਹੋ ਜੀ ਸੰਖਿਆ ਜਿਹੜੀ 8 ਨਾਲ ਵੀ ਭਾਗ ਹੋਏਗੀ 8 ਤਿਆ 24 और 24 ਕੈਦਾਂ ਦੀ ਸੰਖਿਆ ਜਿਹੜੀ 12 ਦੇ ਨਾਲ ਵੀ ਡਿਵਾਈਡ ਹੋ ਜਾਏਗੀ ਤਾਂ ਕਿੰਨਾ ਬਣ ਜਾਏਗਾ ਦੇਖੋ 12 ਗੁਣਾ 24 ਸੇਮ ਹੀ 35 ਜਿਹੜਾ 35 ਹੈ ਨਾ ਉਹ ਲੀਸਟ ਕਾਮਨ ਮਲਟੀਪਲ ਹੋਏਗੀ ਇਹੋ ਜੀ ਛੋਟੀ ਤੋਂ ਛੋਟੀ ਸੰਖਿਆ ਹੈ ਜਿਹੜੀ 7 ਨਾਲ ਵੀ ਵੰਡੀ ਜਾਏਗੀ ਵੀ ਔਰ ਜਿਹੜੀ 35 5 ਨਾਲ ਵੀ ਵੰਡੀ ਜਾਏਗੀ ਇਹ ਸਭ ਤੋਂ ਛੋਟੀ ਹੈ। ਇਸ ਤੋਂ ਬਾਅਦ ਤਾਂ ਫਿਰ 35 ਦਾ ਟੇਬਲ ਹੀ ਹੁੰਦਾ 35 ਗੁਣਾ 70 70 ਦੋਨਾਂ ਨਾਲ ਬਣ ਜਾਂਦਾ। आई थिंक कि ਤੁਹਾਨੂੰ ਇਹ ਚੀਜ਼ ਦੀ ਸਮਝ ਲੱਗ ਚੁੱਕੀ ਹੋਏਗੀ ਕਲੀਅਰ। ਨੈਕਸਟ ਆਪਾਂ ਵਧਦੇ ਹਾਂ ਅੱਗੇ। ਠੀਕ ਹੈ ਤਾਂ ਨੈਕਸਟ ਜਿਹੜਾ ਆਪਾਂ ਕਨਸੈਪਟ ਤੱਕ ਹੀ ਨੈਕਸਟ ਕੁਐਸਚਨ ਦੇਖ ਲਓ ਤੁਸੀਂ ਉਦਾਂ ਵਾਲਾ ਜਿਹੜਾ ਸਿੰਪਲ ਹੈ ਕਿ 2 ਦੀ ਪਾਵਰ 3 3 ਦੀ ਪਾਵਰ 5 5 ਦੀ ਪਾਵਰ 2 ਅਤੇ 2 ਗੁਣਾ 3 ਦੀ ਪਾਵਰ 5 और 5 ਦੀ ਪਾਵਰ 4 ਗੁਣਾ 7 ਦਾ ਐਲਸੀਐਮ ਪਤਾ ਕਰੋ। ਤਾਂ ਦੇਖੋ ਐਲਸੀਐਮ ਪਤਾ ਕਰੋ ਐਲਸੀਐਮ ਆਪਾਂ ਨੇ ਫਾਈਂਡ ਕਰਨਾ ਹੈ। ਤਾਂ ਮੈਂ ਤੁਹਾਨੂੰ ਦੇਖੋ ਪਿੱਛੇ ਵਾਲੇ ਐਚਸੀਐਫ ਦੇ ਵਿੱਚ ਕਨਸੈਪਟ ਕਲੀਅਰ ਕਰਵਾ ਚੁੱਕਿਆ। ਉਹਦੇ ਵਿੱਚ ਆਪਾਂ ਪਾਵਰ ਛੋਟੀ ਲੈਣੀ ਹੁੰਦੀ ਹੈ ਇੱਥੇ ਪਾਵਰ ਵੱਡੀ ਲੈਣੀ ਹੁੰਦੀ ਹੈ। ਠੀਕ ਹੈ ਤਾਂ ਪਾਵਰ ਵੱਡੀ ਲਓ ਵੀ ਆ 2 ਦੀ ਪਾਵਰ 3 ਹੈ ਇੱਥੇ 2 ਦੀ ਕੋਈ ਪਾਵਰ ਨਹੀਂ ਲੱਗੀ ਤਾਂ ਸਮਝ ਲਓ ਪਾਵਰ 1 ਲੱਗੀ ਇਹ ਤਾਂ ਵੱਡੀ ਕਿਹੜੀ ਆ ਗਈ 3 ਵੀ 3 ਦੀ ਪਾਵਰ 5 3 ਦੀ ਪਾਵਰ 5 ਤਾਂ ਚਾਹੇ ਐਚਸੀਐਮ ਹੋਵੇ ਚਾਹੇ ਐਲਸੀਐਮ ਹੋਵੇ ਦੋਨਾਂ ਦੇ ਵਿੱਚ ਜੇਕਰ ਪਾਵਰਾਂ ਸੇਮ ਨੇ ਤਾਂ ਸੇਮ ਹੀ ਰਹਿ ਜਾਂਦਾ ਹੁੰਦਾ ਤਾਂ 3 ਦੀ ਪਾਵਰ 5 ਆ ਗਿਆ। ਔਰ ਨੈਕਸਟ ਜਿਹੜਾ ਆਪਣੇ ਕੋਲ ਕੀ ਹੈ 5 ਦੀ ਪਾਵਰ 2 5 ਦੀ ਪਾਵਰ 4 ਤਾਂ ਆਪਾਂ ਪਾਵਰ ਵੱਡੀ ਲੈਣੀ ਹੈ 5 ਦੀ ਪਾਵਰ 4 ਅਤੇ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਐਚਸੀਐਫ ਦੇ ਵਿੱਚ ਕੋਈ ਹੋਰ ਫालतू ਦਾ ਸਮਾਨ ਬਚਦਾ ਪਵੇ ਉਹ ਨਹੀਂ ਲੈਣਾ ਹੁੰਦਾ ਲੇਕਿਨ ਐਲਸੀਐਮ ਦੇ ਵਿੱਚ ਜੋ ਵੀ ਬਾਕੀ ਮਟੀਰੀਅਲ ਬਚ ਜਾਂਦਾ ਉਹਨੂੰ ਨਾਲ ਲਿਖਣਾ ਹੀ ਪਏਗਾ। ਇਹਦੇ ਐਕਸਟਰਾ 7 ਬਚ ਗਿਆ ਤਾਂ ਆਪਣਾ ਆਨਸਰ ਇਹ ਵਾਲਾ ਆ ਗਿਆ। ਕਲੀਅਰ ਹੈ ਤਾਂ ਆਈ ਥਿੰਕ ਤੁਹਾਨੂੰ ਸਾਰਿਆਂ ਨੂੰ ਇਹ ਵਾਲੇ ਕਨਸੈਪਟ ਐਚਸੀਐਫ ਔਰ ਐਲਸੀਐਮ ਦੀ ਜਿਹੜੀ ਹੈ ਉਹ ਸਮਝ ਲੱਗ ਚੁੱਕੀ ਹੋਵੇਗੀ। ਠੀਕ ਹੈ ਹੁਣ ਆਪਾਂ ਇਹਨਾਂ ਦੋਨਾਂ ਦਾ ਜਿਹੜਾ ਨਾ ਉਹ ਮਿਕਸ ਕੁਐਸਚਨ ਕਰਦੇ ਆ ਔਰ ਫਿਰ ਸਟੇਟਮੈਂਟ ਵਾਲੇ ਕੁਐਸਚਨ। ਤਾਂ ਹੁਣ ਮਿਕਸ ਕੁਐਸਚਨ ਵੱਲ ਦੇਖਦੇ ਹਾਂ ਜੀ। ਤਾਂ ਚਲੋ ਦੇਖੋ ਵੀ ਹੁਣ ਦੇਖੋ ਕੰਬਾਈਨ ਕੁਐਸਚਨ ਦੀ ਮੈਂ ਗੱਲ ਕਰਦਾ ਹਾਂ ਤਾਂ
कई बारी वैरी वैरी इंपॉर्टेंट समझ लो भी क्वेश्चन जो है ना बहुत ज़्यादा इंपॉर्टेंट है पेपर ਦੇ ਵਿੱਚ ਹੈ ਅਕਸਰ ਹੀ ਇਹ ਵਾਲਾ ਕੁਐਸਚਨ ਜਿਹੜਾ ਹੈ ਉਹ ਪੁੱਛਿਆ ਜਾਂਦਾ ਵੀ ਠੀਕ ਹੈ ਤਾਂ ਬੇਸਿਕ ਤੁਸੀਂ ਕਲੀਅਰ ਕਰ ਚੁੱਕੇ ਹੋ ਤਾਂ ਦੇਖੋ ਕਈ ਵਾਰੀ ਆਪਣੇ ਕੋਲ ਕੀ ਕੁਐਸਚਨ ਬਣਦਾ ਹੈ ਜਿੱਦਾਂ ਕਿ ਇਹ ਵਾਲਾ ਆ ਗਿਆ ਠੀਕ ਹੈ ਉਸ ਤੋਂ ਬਾਅਦ ला लो चलो 125 ਦਾ ਕੀ ਹੈ ਐਚ ਸੀ ਤੇ ਐਫ ਪਤਾ ਕਰੋ ਕਲੀਅਰ ਤਾਂ ਆਪਣੇ ਕੋਲ ਦੇਖੋ ਕੀ ਆ ਚੁੱਕਾ ਬੱਟਿਆਂ ਵਾਲੀ ਸੰਖਿਆ ਨੂੰ ਤੁਸੀਂ ਵੈਰੀ ਵੈਰੀ ਇੰਪੋਰਟੈਂਟ ਮਾਰਕ ਕਰ ਲੈਣਾ ਵੈਰੀ ਵੈਰੀ ਇੰਪੋਰਟੈਂਟ ਇਹ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਔਰ ਬੱਚੇ ਅਕਸਰ ਕਨਫਿਊਜ਼ ਹੁੰਦੇ ਇਸ ਕੁਐਸਚਨ ਨੂੰ ਕਰਨ ਦੇ ਵਿੱਚ ਤਾਂ ਦੇਖੋ ਜਦੋਂ ਵੀ ਬੱਟਿਆਂ ਵਾਲੀ ਸੰਖਿਆ ਆ ਜਾਏਗੀ ਤਾਂ ਬੱਟਿਆਂ ਵਾਲੀ ਸੰਖਿਆ ਦਾ ਕਈ ਵਾਰੀ ਉਹ HCF ਵੀ ਪੁੱਛ ਸਕਦਾ ਹੈ ਉਹ LCM ਵੀ ਪੁੱਛ ਸਕਦਾ ਹੈ ਦੋਨਾਂ ਦੇ ਵਿੱਚੋਂ ਕੋਈ ਵੀ ਚੀਜ਼ ਪੁੱਛ ਸਕਦਾ ਹੈ LCM ਦੱਸੋ ਮੈਨੂੰ ਇਹਦਾ LCM ਕਰਕੇ ਦੱਸ ਦਿਓ ਵੀ ਕੁਝ ਨਾ ਤਾਂ ਦੇਖੋ ਜੋ ਕੁਝ ਉਹਨੇ ਪੁੱਛਿਆ ਹੋਏ ਇਸ ਚੀਜ਼ ਦਾ ਧਿਆਨ ਰੱਖਣਾ ਹੈ ਜਿਹੜੀ ਗੱਲ ਉਹਨੇ ਪੁੱਛੀ ਹੋਏ ਉਹ ਤੁਸੀਂ ਉੱਪਰ ਵਾਲਿਆਂ ਦੀ ਕਰ ਲੈਣੀ ਹੈ ਨਾ ਉਹਨੇ ਕੀ ਪੁੱਛਿਆ HCF ਪੁੱਛਿਆ ਹੈ ਨਾ ਤਾਂ ਆਪਾਂ ਦੇਖੋ 7 21 और फिर 35 7 21 और 35 ਦਾ ਆਪਾਂ ਕੀ ਕਰਾਂਗੇ HC ਤੇ F ਕਰ ਲਾਂਗੇ ਔਰ ਜਿਹੜਾ ਨੀਚੇ ਹੁੰਦਾ ਇਹਦੇ ਨੀਚੇ ਉਹਨਾਂ ਦਾ ਇਹਦੇ ਤੋਂ ਉਲਟ ਤਾਂ ਉਲਟ ਦਾ ਮਤਲਬ ਕੀ ਹੋ ਗਿਆ ਕਿ ਆਪਾਂ ਨੇ 25 10 और 125 ਦਾ ਕੀ ਕਰਨਾ ਹੈ LC ਤੇ M ਕਰਨਾ ਵੀ ਉਲਟਾ ਕੀ ਹੁੰਦਾ ਹੈ LCM ਤਾਂ ਦੇਖੋ LCM ਕਰਨ ਦਾ ਤਰੀਕਾ ਤੁਹਾਨੂੰ ਪਤਾ ਹੈ LCM ਕਰਨ ਦਾ ਵੀ ਤਰੀਕਾ ਪਤਾ ਹੈ ਤਾਂ ਆਪਾਂ ਕਰ ਲੈਣਾ देखो सब तो पहले अपने की करना है कि आ 7 21 ਤੇ 35 ਦਾ HCF ਤੇ HCF ਆਪਾਂ ਪ੍ਰਾਈਮ ਫੈਕਟਰ ਦੇ ਨਾਲ ਕਰਦੇ ਆ ਤਾਂ 7 ਦੇ ਪ੍ਰਾਈਮ ਫੈਕਟਰ ਬਣਾਓ 7 * 1 7 21 ਦੇ ਪ੍ਰਾਈਮ ਫੈਕਟਰ ਬਣਾ ਲਓ 21 ਦੇ ਤਾਂ 21 ਦੇ ਕੀ ਬਣਨਗੇ 7 * 3 21 ਹੋ ਗਿਆ ਔਰ 35 ਦੇ ਕੀ ਬਣ ਜਾਣਗੇ 7 5 35 ਤਾਂ ਆਪਣੇ ਕੋਲ HCF ਕਿੰਨਾ ਨਿਕਲ ਗਿਆ ਜਿਹੜਾ ਸਾਰਿਆਂ ਦੇ ਵਿੱਚ ਕਾਮਨ ਹੈ ਉਹ ਕੌਣ ਹੈ 7 ਹੈ ਤਾਂ HCF ਆਪਣੇ ਕੋਲ ਨਿਕਲ ਗਿਆ ਉੱਪਰ 7 और लेकिन नीचे वाला ਦਾ LCM ਕਰਾਂਗੇ ਹਜੇ ਤੱਕ ਕੁਝ ਖਤਮ ਨਹੀਂ ਹੋਇਆ खत्म कदों होएगा ਜਦੋਂ नीचे वाला ਦਾ LCM ਹੋ ਜਾਏਗਾ ਤਾਂ LCM ਕਰਨ ਦੇ ਲਈ ਆਪਾਂ ਨੂੰ ਕੀ ਕਰਨਾ ਪਏਗਾ ਆ 25 ਹੋ ਗਿਆ 10 ਹੋ ਗਿਆ 125 ਹੈ ਤਾਂ ਦੇਖੋ ਇਹਨੂੰ ਐਵੇਂ ਲੈ ਕੇ ਜੋ 5 ਤੇ ਗਿਆ 5 5 25 5 ਗੁਣਾ दूनी 10 फिर 25 5 125 है फिर 5 पे चला जाएगा भी 1 2 और इतने कितना 5 देखो हुन ये कॉमन नहीं जा रहा है ਤਾਂ ਦੇਖੋ 2 5 10 10 * 1 10 5 50 50 250 ਤਾਂ ਇਹ ਸਾਰਾ ਕਿੰਨਾ ਬਣ ਗਿਆ 250 ਬਣ ਗਿਆ ਵੀ 250 ਬਣਿਆ ਤਾਂ ਆਪਣਾ ਜਿਹੜਾ ਆਨਸਰ ਹੈ ਉਹ 7/250 ਇਹ ਕੀ ਇਸ ਕੁਐਸਚਨ ਦਾ ਨਿਕਲ ਕੇ ਆਇਆ ਵੀ ਇਹ HCF ਨਿਕਲ ਕੇ ਆਇਆ ਠੀਕ ਹੈ ਤਾਂ ਦੇਖੋ ਤੁਸੀਂ ਕੁਐਸਚਨ ਨੂੰ ਬੱਟੇ ਵਾਲੀ ਸੰਖਿਆ ਦਾ ਹਮੇਸ਼ਾ ਹੀ ਇਹ ਅਪਰੋਚ ਰਹਿੰਦੀ ਹੈ ਕਿ ਜੋ ਕੁਝ ਉਹ ਪੁੱਛ ਰਿਹਾ ਜੋ ਕੁਝ ਉਹ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਉਹ ਤੁਸੀਂ ਉੱਪਰ ਵਾਲੇ ਦਾ ਕਰ ਲਓ ਔਰ ਨੀਚੇ ਵਾਲੇ ਦਾ ਕੀ ਆ ਉਲਟ ਕਰ ਲਓ ਠੀਕ ਹੈ ਨੀਚੇ ਵਾਲੇ ਦਾ ਕੀ ਕਰੋ ਉਲਟ ਕਰੋ ਇੱਕ ਕੁਐਸਚਨ ਸਿੰਗਲ ਲਾਸਟ ਜਿਹੜਾ ਤੁਸੀਂ ਸਮਝ ਕੇ ਜਾਣਾ ਹੈ देखो वो की है सेम ही है और आप थोड़ा जिहा जल्दी करने की कोशिश करते हैं तो तुसी इहनू समझना है चलो ठीक है ना देखो अपने को जिवें आ गया कि 15/23 उस तो बाद आ गया 25/69 और फिर आ गया 35 जेड़ा 52 ਦਾ ਕਹੇਗਾ LC ਤੇ M ਪਤਾ ਕਰੋ ਵੀ ਤਾਂ ਦੇਖੋ LCM ਪਤਾ ਕਰੋ ਮੈਂ ਤੁਹਾਨੂੰ ਕੀ ਸਿਖਾ ਚੁੱਕਿਆ ਕਿ ਜੋ ਕੁਝ ਨੇ ਪੁੱਛਿਆ ਹੈ ਨਾ ਉਹ ਤੁਸੀਂ ਉੱਪਰ ਵਾਲੀਆਂ ਸੰਖਿਆਵਾਂ ਦਾ ਕਰ ਦਿਓ ਠੀਕ ਹੈ ਤਾਂ ਕਿਹਦਾ 15 25 और 35 ਦਾ ਕੀ ਕਰ ਦੋ LC ਤੇ M और नीचे वाला जो कुछ बचा है ना 23 69 52 52 है ना 52 ਇਹਦਾ ਕੀ ਕਰ ਦੋ HC ਤੇ F ਤਾਂ ਆਪਣਾ ਜਿਹੜਾ ओवरऑल आंसर क्या आ जाएगा LCM आ जाएगा तो देखो पहले तुसी नीचे वाली दा LCM करवाना 23 ਦੇ 23 ਹੋ ਗਿਆ 69 ਹੋ ਗਿਆ 52 ਹੋ ਗਿਆ ਇਹਦਾ ਆਪਾਂ ਨੇ ਕੀ ਕਰਨਾ ਹੈ HCF ਤਾਂ ਦੇਖੋ 23 ਦੇ ਪ੍ਰਾਈਮ ਫੈਕਟਰ 23 ਗੁਣਾ 1 23 ਗੁਣਾ 3 69 23 ਗੁਣਾ अरे 52 नहीं एक मिनट सॉरी तब 52 ਦਾ ਦੇਖੋ ਕੀ ਆ ਰਿਹਾ ਹੈ 52 नहीं 23 चौका 92 ला लो 92 तो 92 लाओ
ਤਾਂ 92 ਦੇ ਆਪਾਂ ਨੇ ਕੀ ਕਰਨਾ 23 ਚੌਕਾ 92 ਤਾਂ ਆਪਣੇ ਕੋਲ HC ਤੇ F ਕੀ ਨਿਕਲ ਕੇ ਆਏਗਾ 23 ਨਿਕਲ ਕੇ ਆਏਗਾ ਤਾਂ HCF ਕੀ ਲਾ ਲਓ 23 ਉਹ ਕੀ ਆ ਗਿਆ ਨੀਚੇ ਲਾ ਲਓ 23 ਹੁਣ ਦੇਖੋ 15 25 ਤੇ 35 ਦਾ ਐਲਸੀਐਮ ਕਰਨਾ ਹੈ ਤਾਂ 15 25 और 35 ਨੂੰ ਇਹਦੇ ਵਿੱਚ ਦੇਖੋ 5 ਦੇ ਜਾਏਗਾ 5 3 5 15 5 5 25 और 5 7 35 देखो ਇਹਨਾਂ ਦੀ ਗੁਣਾ ਕਰੋ 7 5 5 5 25 और 3 7 21 21 ਗੁਣਾ 25 ਆਪਾਂ ਕਰਾਂਗੇ ਤਾਂ ਦੇਖੋ 4 ਤੇ 4 5 ਵੀ 1 ਬਚਾ 525 ਤਾਂ ਆਪਣਾ ਜਿਹੜਾ ਆਨਸਰ ਕਿੰਨਾ ਨਿਕਲ ਕੇ ਆਏਗਾ ਵੀ ਉਹ 500 ਤੇ 25 ਦੇਖੋ ਇਹ ਟੋਟਲ ਓਵਰਆਲ ਆਪਣਾ ਆਨਸਰ ਕੀ ਬਣਿਆ LCM ਹਮੇਸ਼ਾ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੋਏਗਾ ਕਿ ਕੀ ਕਰਨਾ ਆਪਾਂ ਜਦੋਂ ਵੀ ਇਹਨਾਂ ਦੀ ਜਦੋਂ ਵੀ ਵੱਡਿਆਂ ਵਾਲੀ ਸੰਖਿਆਵਾਂ ਦਾ HCF ਜਾਂ ਫਿਰ ਕੀ ਹੈ LCM ਆ ਜੇ ਤਾਂ HCF और LCM ਆ ਜੇ ਜੋ ਚੀਜ਼ ਉਹਨੇ ਪੁੱਛੀ ਹੋਈ ਜੋ ਕੁਝ ਉਹ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਹਮੇਸ਼ਾ ਉੱਪਰ ਵਾਲੀਆਂ ਸੰਖਿਆਵਾਂ ਦਾ ਔਰ ਨੀਚੇ ਵਾਲੀਆਂ ਸੰਖਿਆਵਾਂ ਦਾ ਕੀ ਕਰਨਾ ਹੁੰਦਾ ਆਪਣੇ ਉਲਟ ਕਰਨਾ ਹੁੰਦਾ ਠੀਕ ਹੈ ਤਾਂ ਇਹ ਸੀਗੀ ਤੁਹਾਡੀ HCF और LCM ਦੀ ਫਸਟ ਕਲਾਸ ਦੀ ਠੀਕ ਹੈ ਬੇਸਿਕ ਜ਼ੀਰੋ ਲੈਵਲ ਦੀ ਨੈਕਸਟ ਆਪਾਂ ਕੁਐਸਚਨ ਕਰਨੇ ਆ HCF और LCM ਦੇ ਸੈਕੰਡ ਕੁਐਸਚਨ ਸੈਕੰਡ ਕਲਾਸ ਦੇ ਵਿੱਚ ਤੁਸੀਂ ਕੀ ਕਰੋਗੇ ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜੋ 5 10 15 20 25 ਦੇ ਨਾਲ ਪੂਰੀ ਤਰ੍ਹਾਂ ਵੰਡੀ ਜਾ ਸਕੇ ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨੂੰ 7 12 35 ਨਾਲ ਵੰਡਣ ਤੇ ਇੱਕ ਬਾਕੀ ਬਚੇ ਉਹ ਸੰਖਿਆ ਪਤਾ ਕਰੋ ਜਿਸ ਨੂੰ 5 7 ਅਤੇ 8 ਦੇ ਨਾਲ ਵੰਡ ਭਾਗ ਕਰਨ ਤੇ ਕ੍ਰਮਵਾਰ 3 7 ਤੇ 9 ਬਾਕੀ ਬਚੇ ਇਦਾਂ ਦੇ ਕੁਐਸਚਨ ਆਣਗੇ ਤਿੰਨ ਮਿੱਤਰ ਇੱਕ ਗੋਲਾਕਾਰ ਜਿਹੜਾ ਮੈਦਾਨ ਹੈ ਚੱਕਰਾਕਾਰ ਮੈਦਾਨ ਹੈ ਉਹਦੇ ਵਿੱਚ ਰੇਸ ਲਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਐਨੇ ਸੈਕਿੰਡ ਵਿੱਚ ਦੂਸਰਾ ਐਨੇ ਸੈਕਿੰਡ ਦੇ ਵਿੱਚ ਤੀਸਰਾ ਐਨੇ ਸੈਕਿੰਡ ਵਿੱਚ ਉਹ ਚੱਕਰ ਪੂਰਾ ਕਰਦਾ ਹੈ ਤਾਂ ਸ਼ੁਰੂਆਤ ਹੋਣ ਤੋਂ ਰੇਸ ਦੀ ਸ਼ੁਰੂਆਤ ਹੋਣ ਤੋਂ ਕਿੰਨੇ ਸਮੇਂ ਬਾਅਦ ਉਹ ਇੱਕ ਬਿੰਦੂ ਤੇ ਮਿਲਣਗੇ ਮੰਦਰ ਦੀਆਂ ਘੰਟੀਆਂ ਵਾਲਾ ਅਲਾਰਮ ਵਾਲਾ ਕੁਐਸਚਨ ਠੀਕ ਹੈ ਉਹ ਵੱਡੀ ਤੋਂ ਵੱਡੀ ਸੰਖਿਆ ਵਰਗਾਕਾਰ ਕਮਰੇ ਦੇ ਵਿੱਚ ਵੱਡੀਆਂ ਤੋਂ ਵੱਡੀਆਂ ਕਿੰਨੀਆਂ ਟਾਈਲਾਂ ਲੱਗੀਆਂ ਜਾ ਸਕਦੀਆਂ ਉਹ ਸਾਰਾ ਕੁਝ ਜਿਹੜਾ ਆਪਾਂ ਸੈਕੰਡ ਔਰ ਥਰਡ 3 ਦਿਨ ਦੀ ਕਲਾਸ ਰਹੇਗੀ ਔਰ 3 ਦੇ ਦਿਨਾਂ ਦੇ ਵਿੱਚ ਆਪਾਂ HCF ਤੇ LCM ਕੰਪਲੀਟ ਕਰ ਲਾਂਗੇ ਫਿਰ ਇੱਕ ਟੌਪਿਕ ਆਏਗਾ ਤੁਹਾਡਾ ਐਵਰੇਜ ਐਵਰੇਜ ਕਰ ਲਾਂਗੇ ਐਵਰੇਜ ਤੋਂ ਬਾਅਦ ਆਪਾਂ ਰੇਸ਼ੋ ਸਟਾਰਟ ਕਰ ਲਾਂਗੇ ਤਾਂ ਇਦਾਂ ਹੀ ਆਪਾਂ ਕਰਕੇ ਆਪਣਾ ਜਿਹੜਾ ਉਹ ਕੀ ਹੈ ਸਿਲੇਬਸ ਕੰਪਲੀਟ ਕਰ ਲਾਂਗੇ ਠੀਕ ਹੈ ਤਾਂ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਵਾਲੀ ਵੀਡੀਓ ਜਿਹੜੀ ਹੈ ਉਹ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਜੇਕਰ ਕੰਟੈਂਟ ਤੁਹਾਨੂੰ ਪਸੰਦ ਹੈ ਕਮੈਂਟ ਕਰਨ ਦੀ ਕੋਸ਼ਿਸ਼ ਕਰਿਆ ਕਰੋ ਔਰ ਚੈਨਲ ਨੂੰ ਜਿਹੜਾ ਅੱਗੇ ਤੁਸੀਂ ਲੋਕਾਂ ਤੱਕ ਪਹੁੰਚਾਉਣਾ ਵੀ ਠੀਕ ਹੈ ਤਾਂ ਅਸੀਂ ਜਿੰਨਾ ਦੇ ਉਹ ਲਾਉਣਾ ਸੀਗਾ ਲਾ ਲਿਆ ਬਾਕੀ ਅੱਗੇ ਤੁਹਾਨੂੰ ਜੇਕਰ ਸਾਡੀ ਮਿਹਨਤ ਪਸੰਦ ਆ ਰਹੀ ਹੈ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਅਪਰੀਸ਼ੀਏਟ ਕਰਨਾ ਹੈ ठीक है तो चलो थैंक यू फॉर वाचिंग अवर दिस वीडियो।